ਮੇਰਾ ਨਾਮ ਸ਼ਿਲਪਾ ਹੈ। ਅਸੀਂ ਮਿਡਲ ਕਲਾਸ ਲੋਕ ਸੀ ਅਤੇ ਬਹੁਤ ਇੱਜ਼ਤਦਾਰ ਸੀ। ਮੇਰਾ ਇੱਕ ਹੀ ਬੇਟਾ ਸੀ ਤੇ ਮੈਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ। ਬਚਪਨ ਵਿੱਚ ਹੀ ਮੈਂ ਆਪਣੇ ਬੇਟੇ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਸੀ। ਮੇਰਾ ਬੇਟਾ ਆਪਣੇ ਮਾਤਾ ਪਿਤਾ ਨੂੰ ਜਿਸ ਚੀਜ਼ ਦੀ ਵੀ ਖੁਆਇਸ਼ ਕਰਦਾ ਅਸੀਂ ਉਸ ਨੂੰ ਉਹੀ ਲਿਆ ਕੇ ਦਿਆ ਕਰਦੇ। ਅਸੀਂ ਕਦੇ ਵੀ ਉਸ ਦੀ ਖੁਆਇਸ਼ ਨੂੰ ਨਹੀਂ ਮਾਰਿਆ ਸੀ। ਮੇਰਾ ਬੇਟਾ ਬਹੁਤ ਖੂਬਸੂਰਤ ਅਤੇ ਪੜ੍ਹਿਆ ਲਿਖਿਆ ਸੀ। ਮੈਂ ਆਪਣੇ ਬੇਟੇ ਦਾ ਵਿਆਹ ਕਿਸੇ ਇੱਕ ਅਜਿਹੀ ਲੜਕੀ ਨਾਲ ਕਰਨਾ ਚਾਹੁੰਦੀ ਸੀ ਜੋ ਮੇਰੇ ਬੇਟੇ ਨੂੰ ਹਮੇਸ਼ਾ ਖੁਸ਼ ਰੱਖੇ ਤੇ ਜਿਸ ਦੇ ਆਉਣ ਨਾਲ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਫੈਲ ਜਾਣ। ਮੈਂ ਸੋਚ ਰੱਖਿਆ ਸੀ ਕਿ ਮੈਂ ਜਦੋਂ ਵੀ ਮੇਰੀ ਬਹੂ ਲਿਆਉਂਗੀ ਤਾਂ ਉਸ ਨੂੰ ਕਦੇ ਵੀ ਬਹੂ ਨਹੀਂ ਸਮਝੂੰਗੀ ਬਲਕਿ ਆਪਣੀ ਬੇਟੀ ਸਮਝੂੰਗੀ। ਜਦੋਂ ਮੇਰੇ ਬੇਟੇ ਦੀ ਨੌਕਰੀ ਲੱਗ ਗਈ ਤਾਂ ਮੈਂ ਖੁਸ਼ ਹੋ ਗਈ ਕਿ ਹੁਣ ਮੈਂ ਆਪਣੇ ਬੇਟੇ ਦਾ ਵਿਆਹ ਕਰੂੰਗੀ। ਜਦੋਂ ਮੇਰਾ ਬੇਟਾ ਘਰ ਆਇਆ ਤਾਂ ਮੈਂ ਉਸ ਨੂੰ ਕਿਹਾ, ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਹਾਂ ਤੇ ਮੈਂ ਤੇਰੇ ਲਈ ਰਿਸ਼ਤਾ ਲੱਭ ਰਹੀ ਹਾਂ। ਮੇਰੇ ਬੇਟੇ ਨੇ ਮਾਯੂਸੀ ਨਾਲ ਆਪਣਾ ਚਿਹਰਾ ਲਟਕਾ ਲਿਆ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਵਿਆਹ ਦੀ ਗੱਲ ਤੋਂ ਖੁਸ਼ ਨਹੀਂ ਹੋਇਆ ਸੀ। ਮੈਂ ਕਿਹਾ, ਬੇਟਾ ਕੋਈ ਗੱਲ ਆ ਤਾਂ ਮੈਨੂੰ ਦੱਸ। ਮੇਰਾ ਬੇਟਾ ਕਹਿਣ ਲੱਗਿਆ, ਮਾਂ ਤੁਸੀਂ ਅਤੇ ਪਿਤਾ ਜੀ ਨੇ ਮੇਰੀ ਜ਼ਿੰਦਗੀ ਦੀ ਹਰ ਖੁਆਇਸ਼ ਨੂੰ ਪੂਰਾ ਕੀਤਾ ਹੈ। ਮੈਂ ਚਾਹੁੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਂ। ਮੈਂ ਕਿਹਾ, ਹਾਂ ਬੇਟਾ ਕਿਉਂ ਨਹੀਂ, ਹਰ ਬੱਚੇ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਹੱਕ ਹੁੰਦਾ। ਜੇ ਤੈਨੂੰ ਕੋਈ ਲੜਕੀ ਪਸੰਦ ਆ ਤਾਂ ਸਾਨੂੰ ਦੱਸ ਦੇ। ਮੇਰੀ ਇਸ ਗੱਲ ਤੇ ਮੇਰਾ ਬੇਟਾ ਖੁਸ਼ ਹੋ ਗਿਆ ਤੇ ਕਹਿਣ ਲੱਗਿਆ, ਮੈਂ ਇੱਕ ਲੜਕੀ ਨੂੰ ਪਸੰਦ ਕਰਦਾ, ਤੁਸੀਂ ਉਸ ਦੇ ਘਰ ਰਿਸ਼ਤਾ ਲੈ ਕੇ ਚਲੇ ਜਾਣਾ। ਮੈਂ ਅਤੇ ਮੇਰੇ ਪਤੀ ਕੁਝ ਦਿਨ ਬਾਅਦ ਹੀ ਉਸ ਲੜਕੀ ਦੇ ਘਰ ਰਿਸ਼ਤਾ ਲੈ ਗਏ। ਮੇਰੀ ਹੋਣ ਵਾਲੀ ਨੂੰਹ ਬਹੁਤ ਗਰੀਬ ਪਰਿਵਾਰ ਤੋਂ ਸੀ। ਉਹਨਾਂ ਲੋਕਾਂ ਦੇ ਘਰ ਦੇ ਹਾਲਾਤ ਦੇਖ ਕੇ ਅਸੀਂ ਸੋਚ ਲਿਆ ਸੀ ਕਿ ਅਸੀਂ ਉਹਨਾਂ ਦੀ ਬੇਟੀ ਹੀ ਲੈ ਕੇ ਜਾਵਾਂਗੇ। ਮੇਰੇ ਬੇਟੇ ਦੀ ਪਸੰਦ ਬਹੁਤ ਵਧੀਆ ਸੀ। ਮੇਰੇ ਬੇਟੇ ਨੂੰ ਉਹ ਲੜਕੀ ਪਸੰਦ ਸੀ, ਇਸ ਲਈ ਮੈਨੂੰ ਤੇ ਮੇਰੇ ਪਤੀ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਲੜਕੀ ਖੂਬਸੂਰਤ ਤੇ ਪੜ੍ਹੀ ਲਿਖੀ ਸੀ। ਇਸ ਲਈ ਅਸੀਂ ਬਿਨਾਂ ਕਿਸੇ ਇਤਰਾਜ਼ ਕੀਤੇ ਹੀ ਉਹਨਾਂ ਦੋਹਾਂ ਦਾ ਵਿਆਹ ਤੈਅ ਕਰ ਦਿੱਤਾ। ਅਸੀਂ ਆਪਣੇ ਬੇਟੇ ਦਾ ਵਿਆਹ ਬਹੁਤ ਧੂਮਧਾਮ ਨਾਲ ਕਰਨਾ ਚਾਹੁੰਦੇ ਸੀ ਕਿਉਂਕਿ ਉਹ ਮੇਰਾ ਇਕਲੌਤਾ ਬੇਟਾ ਸੀ ਅਤੇ ਮੈਂ ਆਪਣੇ ਬੇਟੇ ਦੇ ਵਿਆਹ ਵਿੱਚ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਚਾਹੁੰਦੀ ਸੀ। ਬਲਕਿ ਮੈਂ ਤਾਂ ਕੁੜੀ ਦੇਖਣ ਦੇ ਬਾਅਦ ਹੀ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ। ਲੇਕਿਨ ਦੇਖਦੇ ਹੀ ਦੇਖਦੇ ਮੇਰੇ ਬੇਟੇ ਦੇ ਵਿਆਹ ਦਾ ਦਿਨ ਵੀ ਆ ਗਿਆ। ਮੈਂ ਆਪਣੇ ਬੇਟੇ ਦੇ ਵਿਆਹ ਤੇ ਬਹੁਤ ਜ਼ਿਆਦਾ ਖੁਸ਼ ਸੀ ਅਤੇ ਆਖਰਕਾਰ ਅੱਜ ਉਸ ਦੀ ਬਰਾਤ ਦਾ ਦਿਨ ਵੀ ਆ ਗਿਆ ਅਤੇ ਮੇਰੇ ਬੇਟੇ ਦਾ ਵਿਆਹ ਧੂਮਧਾਮ ਨਾਲ ਹੋਇਆ। ਸਾਡੇ ਘਰ ਵਿੱਚ ਮਹਿਮਾਨ ਰੁਕੇ ਹੋਏ ਸੀ। ਜਦੋਂ ਬਹੂ ਘਰ ਆਈ ਤਾਂ ਸਾਰੇ ਮਹਿਮਾਨਾਂ ਨੇ ਉਸ ਦਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ। ਮੇਰਾ ਬੇਟਾ ਆਪਣੀ ਪਤਨੀ ਦੇ ਨਾਲ ਬਹੁਤ ਚੰਗਾ ਲੱਗ ਰਿਹਾ ਸੀ, ਇਸ ਵਿਆਹ ਤੋਂ ਖੁਸ਼ ਸੀ। ਵਿਆਹ ਵਾਲੇ ਦਿਨ ਹੀ ਸਾਡੇ ਘਰ ਵਿੱਚ ਇੱਕ ਅਜੀਬ ਜਿਹਾ ਹਾਦਸਾ ਹੋ ਗਿਆ। ਮੇਰੀ ਬਹੂ ਨੇ ਵਿਆਹ ਦੀਆਂ ਰਸਮਾਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਮੈਂ ਅਤੇ ਮੇਰਾ ਬੇਟਾ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਰਹਿ ਗਏ। ਮੇਰੇ ਪਤੀ ਦਾ ਮੂਡ ਵੀ ਚੇਂਜ ਹੋ ਗਿਆ, ਲੇਕਿਨ ਮੈਂ ਸਾਰੇ ਮਹਿਮਾਨਾਂ ਨੂੰ ਅਤੇ ਆਪਣੇ ਪਤੀ ਨੂੰ ਸਮਝਾਇਆ ਕਿ ਅੱਜ ਕੱਲ੍ਹ ਦੀਆਂ ਲੜਕੀਆਂ ਇਹਨਾਂ ਰਸਮਾਂ ਨੂੰ ਨਹੀਂ ਮੰਨਦੀਆਂ। ਵੈਸੇ ਵੀ ਉਹ ਥੱਕ ਗਈ ਆ ਤੇ ਆਰਾਮ ਦੀ ਜ਼ਰੂਰਤ ਆ, ਰਸਮਾਂ ਤਾਂ ਬਾਅਦ ਵਿੱਚ ਵੀ ਹੋ ਜਾਣਗੀਆਂ। ਅਸੀਂ ਮਹਿਮਾਨਾਂ ਦੇ ਸਾਹਮਣੇ ਬਹੁਤ ਸ਼ਰਮਿੰਦਾ ਹੋਏ। ਮੇਰਾ ਬੇਟਾ ਵੀ ਇਹ ਕਹਿੰਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ। ਮੈਨੂੰ ਆਪਣੇ ਬੇਟੇ ਦੇ ਕਮਰੇ ਵਿੱਚ ਨਾਸ਼ਤੇ ਦਾ ਸਮਾਨ ਲੈ ਕੇ ਜਾਣਾ ਸੀ, ਲੇਕਿਨ ਮੈਂ ਬਹੁਤ ਜ਼ਿਆਦਾ ਥੱਕ ਗਈ ਸੀ। ਇਸ ਲਈ ਮੈਂ ਨਾਸ਼ਤੇ ਦੀ ਟਰੇ ਨੌਕਰਾਣੀ ਨੂੰ ਦੇ ਦਿੱਤੀ ਅਤੇ ਉਹ ਉਹਨਾਂ ਦੇ ਕਮਰੇ ਵਿੱਚ ਨਾਸ਼ਤਾ ਰੱਖ ਕੇ ਆ ਗਈ। ਮੈਂ ਆਪਣੇ ਕਮਰੇ ਵਿੱਚ ਲੇਟ ਗਈ। ਬਹੁਤ ਰਾਤ ਹੋ ਚੁੱਕੀ ਸੀ। ਸਾਰੇ ਮਹਿਮਾਨ ਵੀ ਸੌਂ ਗਏ ਸੀ। ਮੈਂ ਵੀ ਸੌਣ ਨੂੰ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ, ਪਰ ਮੈਨੂੰ ਨੀਂਦ ਨਹੀਂ ਆਈ ਸੀ। ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੜਕਣ ਲੱਗਾ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਮੇਰਾ ਸਾਹਮਣੇ ਮੇਰਾ ਬੇਟਾ ਖੜਾ ਸੀ। ਉਹ ਮੈਨੂੰ ਕਹਿਣ ਲੱਗਿਆ, ਮਾਂ ਮੈਂ ਤੁਹਾਡੇ ਕਮਰੇ ਵਿੱਚ ਸੌਣਾ ਹੈ, ਤੁਸੀਂ ਕਿਸੇ ਹੋਰ ਕਮਰੇ ਵਿੱਚ ਜਾ ਕੇ ਸੌਂ ਜਾਓ, ਮੈਂ ਪਿਤਾ ਜੀ ਦੇ ਨਾਲ ਬੈੱਡ ਤੇ ਸੌਂ ਜਾਊਂਗਾ। ਮੈਂ ਕਿਹਾ, ਬੇਟਾ ਕੀ ਹੋਇਆ, ਤੇਰਾ ਦਿਮਾਗ ਤਾਂ ਠੀਕ ਆ? ਆਪਣੀ ਵਿਆਹ ਦੀ ਪਹਿਲੀ ਰਾਤ ਤੂੰ ਆਪਣੀ ਨਵੀਂ ਨਵੇਲੀ ਪਤਨੀ ਨੂੰ ਇਕੱਲਾ ਕਮਰੇ ਵਿੱਚ ਛੱਡ ਕੇ ਆ ਗਿਆ, ਤੂੰ ਇੱਥੇ ਕਿਉਂ ਸੌਣਾ? ਪਰ ਮੇਰੇ ਬੇਟੇ ਨੇ ਕਿਸੇ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਮੇਰੀ ਜਗ੍ਹਾ ਤੇ ਆਪਣੇ ਪਿਤਾ ਦੇ ਕੋਲ ਆ ਕੇ ਲੇਟ ਗਿਆ। ਮੇਰੇ ਪਤੀ ਪਹਿਲਾਂ ਹੀ ਸੌਂ ਚੁੱਕੇ ਸੀ। ਮੇਰਾ ਬੇਟਾ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਨੀਂਦ ਆ ਰਹੀ ਆ, ਪਲੀਜ਼ ਤੁਸੀਂ ਮਹਿਮਾਨਾਂ ਵਾਲੇ ਕਮਰੇ ਵਿੱਚ ਜਾ ਕੇ ਸੌਂ ਜਾਓ। ਮੈਂ ਖਾਮੋਸ਼ ਹੋ ਕੇ ਆਪਣੇ ਘਰ ਦੇ ਦੂਜੇ ਕਮਰੇ ਵਿੱਚ ਜਾ ਕੇ ਲੇਟ ਗਈ ਜਿੱਥੇ ਮਹਿਮਾਨ ਲੇਟੇ ਹੋਏ ਸੀ। ਮੈਂ ਸੋਚਿਆ ਕਿ ਹੋ ਸਕਦਾ ਪਤੀ ਪਤਨੀ ਵਿੱਚ ਕੋਈ ਲੜਾਈ ਹੋ ਗਈ ਹੋਵੇਗੀ। ਮੈਂ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ
ਅਨਿਕੇਤ ਦੇ ਪਾਪਾ ਨੂੰ ਇਹ ਸਭ ਕੁਝ ਦੱਸਾਂਗੀ ਕਿ ਆਖਿਰ ਅਨਿਕੇਤ ਆਪਣੀ ਨਵੀਂ ਨਵੇਲੀ ਪਤਨੀ ਨੂੰ ਛੱਡ ਕੇ ਸਾਡੇ ਕਮਰੇ ਵਿੱਚ ਸੌਣ ਲਈ ਕਿਉਂ ਆ ਗਿਆ। ਸਵੇਰੇ ਜਿਵੇਂ ਹੀ ਉੱਠ ਕੇ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਦੇਖਿਆ ਕਿ ਸਵੇਰੇ 6 ਵੱਜ ਰਹੇ ਸੀ। ਮੇਰੇ ਪਤੀ ਤਾਂ ਆਪਣੀ ਜਗ੍ਹਾ ਤੇ ਸੌਂ ਰਹੇ ਸੀ, ਲੇਕਿਨ ਮੇਰਾ ਬੇਟਾ ਬੈੱਡ ਤੇ ਮੌਜੂਦ ਨਹੀਂ ਸੀ। ਮੈਂ ਆਪਣੇ ਮਨ ਵਿੱਚ ਹੀ ਸੋਚ ਰਹੀ ਸੀ ਕਿ ਅਨਿਕੇਤ ਇੰਨੀ ਸਵੇਰੇ ਹੀ ਆਪਣੀ ਪਤਨੀ ਦੇ ਕੋਲ ਚਲਾ ਗਿਆ। ਫਿਰ ਜਦੋਂ ਮੇਰੇ ਪਤੀ ਵੀ ਸੌਂ ਕੇ ਉੱਠ ਗਏ ਤਾਂ ਮੈਂ ਉਹਨਾਂ ਨੂੰ ਇਸ ਬਾਰੇ ਵਿੱਚ ਦੱਸਿਆ ਤਾਂ ਉਹ ਕਹਿਣ ਲੱਗੇ, ਤੂੰ ਫਿਕਰ ਨਾ ਕਰ, ਜਦੋਂ ਮਹਿਮਾਨ ਆਪਣੇ ਆਪਣੇ ਘਰ ਚਲੇ ਜਾਣਗੇ ਤਾਂ ਮੈਂ ਉਸ ਨਾਲ ਇਸ ਬਾਰੇ ਵਿੱਚ ਗੱਲ ਕਰੂੰਗਾ। ਉਹ ਵੀ ਬਹੁਤ ਪਰੇਸ਼ਾਨ ਹੋ ਗਏ ਸੀ, ਕਹਿਣ ਲੱਗੇ ਸ਼ਾਇਦ ਦੋਨਾਂ ਦੇ ਵਿੱਚ ਝਗੜਾ ਹੋ ਗਿਆ ਹੋਵੇਗਾ। ਲੇਕਿਨ ਉਸ ਦੇ ਬਾਅਦ ਅਜਿਹੀ ਨੌਬਤ ਹੀ ਨਹੀਂ ਆਈ। ਬਹੂ ਅਤੇ ਮੇਰੇ ਬੇਟੇ ਦਾ ਬਿਹੇਵੀਅਰ ਬਹੁਤ ਵਧੀਆ ਲੱਗ ਰਿਹਾ ਸੀ। ਉਹਨਾਂ ਦੋਹਾਂ ਨੂੰ ਦੇਖ ਕੇ ਲੱਗ ਹੀ ਨਹੀਂ ਰਿਹਾ ਸੀ ਕਿ ਉਹਨਾਂ ਵਿੱਚ ਰਾਤ ਨੂੰ ਕੁਝ ਹੋ ਗਿਆ। ਨਾ ਉਹ ਦੋਨੋਂ ਇੱਕ ਦੂਜੇ ਨਾਲ ਨਾਰਾਜ਼ ਲੱਗ ਰਹੇ ਸੀ ਤੇ ਨਾ ਹੀ ਉਹਨਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਰਾਤ ਨੂੰ ਉਹਨਾਂ ਦੇ ਵਿੱਚ ਕੋਈ ਝਗੜਾ ਹੋਇਆ। ਅਸੀਂ ਦੋਵੇਂ ਪਤੀ ਪਤਨੀ ਦੇਖ ਕੇ ਖੁਸ਼ ਹੋ ਗਏ। ਸਾਨੂੰ ਜੋ ਆਪਣੇ ਬੇਟੇ ਅਤੇ ਬਹੂ ਦੇ ਵੱਲੋਂ ਫਿਕਰ ਸੀ ਉਹ ਹੁਣ ਖਤਮ ਹੋ ਗਈ ਸੀ। ਅਸੀਂ ਦੋਨੋਂ ਆਪਣੇ ਆਪਣੇ ਕੰਮਾਂ ਵਿੱਚ ਬਿਜੀ ਹੋ ਗਏ ਤੇ ਸ਼ਾਮ ਤੱਕ ਸਾਡੇ ਘਰ ਵਿੱਚੋਂ ਮਹਿਮਾਨ ਵੀ ਆਪਣੇ ਆਪਣੇ ਘਰ ਵਾਪਸ ਚਲੇ ਗਏ। ਲੇਕਿਨ ਜਿਵੇਂ ਹੀ ਰਾਤ ਹੋਈ ਮੇਰਾ ਬੇਟਾ ਆਪਣੀ ਪਤਨੀ ਦੇ ਕੋਲ ਕਮਰੇ ਵਿੱਚ ਗਿਆ। ਅਸੀਂ ਵੀ ਆਪਣੇ ਕਮਰੇ ਵਿੱਚ ਹੀ ਲੇਟ ਗਏ। ਜਿਵੇਂ ਹੀ ਮੇਰੇ ਪਤੀ ਨੂੰ ਗਹਿਰੀ ਨੀਂਦ ਆਈ, ਥੋੜੀ ਦੇਰ ਦੇ ਬਾਅਦ ਹੀ ਮੇਰੇ ਬੇਟੇ ਨੇ ਫਿਰ ਤੋਂ ਸਾਡਾ ਦਰਵਾਜ਼ਾ ਖੜਕਾਇਆ ਅਤੇ ਕਹਿਣ ਲੱਗਿਆ, ਤੁਸੀਂ ਦੂਜੇ ਕਮਰੇ ਵਿੱਚ ਜਾ ਕੇ ਸੌਂ ਜਾਓ, ਮੈਂ ਪਿਤਾ ਦੇ ਕੋਲ ਸੌਣਾ। ਅੱਜ ਫਿਰ ਉਹ ਮੇਰੇ ਕਮਰੇ 'ਚ ਆ ਗਿਆ। ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ। ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਰਾਬਰ ਵਾਲੇ ਕਮਰੇ ਵਿੱਚ ਜਾਣ ਲੱਗੀ ਤਾਂ ਅੱਗੇ ਤੋਂ ਗਰਜਦੇ ਹੋਏ ਮੈਨੂੰ ਇੱਕ ਅਜੀਬ ਜਿਹੀ ਆਵਾਜ਼ ਆਈ। ਮੈਂ ਘਬਰਾ ਗਈ। ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਬਲਕਿ ਮੇਰੀ ਬਹੂ ਦੀ ਸੀ। ਉਹ ਆਪਣੇ ਕਮਰੇ ਵਿੱਚ ਚੀਕ ਰਹੀ ਸੀ ਤੇ ਰੋ ਰਹੀ ਸੀ। ਮੈਂ ਪਰੇਸ਼ਾਨ ਹੋ ਗਈ। ਸ਼ਾਇਦ ਅੱਜ ਵੀ ਮੇਰੇ ਬੇਟੇ ਅਤੇ ਬਹੂ ਵਿੱਚ ਕੋਈ ਝਗੜਾ ਹੋ ਗਿਆ ਹੋਵੇਗਾ ਅਤੇ ਮੇਰਾ ਬੇਟਾ ਨਾਰਾਜ਼ ਹੋ ਕੇ ਸਾਡੇ ਕਮਰੇ 'ਚ ਆ ਗਿਆ ਤੇ ਸੌਂ ਗਿਆ। ਲੇਕਿਨ ਬਹੂ ਇੰਨੀ ਜ਼ੋਰ ਨਾਲ ਚੀਖ ਕੇ ਕਿਉਂ ਰੋ ਰਹੀ ਸੀ। ਅਗਲੇ ਦਿਨ ਸਵੇਰ ਹੁੰਦੇ ਹੀ ਮੈਂ ਫਿਰ ਤੋਂ ਆਪਣੇ ਬੇਟੇ ਦੇ ਪਿਤਾ ਨੂੰ ਇਹ ਗੱਲ ਦੱਸੀ। ਉਹ ਵੀ ਪਰੇਸ਼ਾਨ ਹੋ ਗਏ। ਫਿਰ ਕਹਿਣ ਲੱਗੇ, ਹੁਣ ਤਾਂ ਅਨਿਕੇਤ ਆਪਣੀ ਪਤਨੀ ਦੇ ਨਾਲ ਕਮਰੇ ਵਿੱਚ ਬਿਜੀ ਆ, ਮੈਂ ਸ਼ਾਮ ਨੂੰ ਉਸ ਨਾਲ ਗੱਲ ਕਰੂੰਗਾ। ਲੇਕਿਨ ਸ਼ਾਮ ਨੂੰ ਜਦੋਂ ਅਸੀਂ ਸਭ ਲੋਕ ਇੱਕ ਥਾਂ ਬੈਠੇ ਸੀ ਤਾਂ ਬਹੂ ਅਤੇ ਅਨਿਕੇਤ ਦਾ ਮੂਡ ਬਿਲਕੁਲ ਠੀਕ ਲੱਗ ਰਿਹਾ ਸੀ। ਮੇਰੇ ਪਤੀ ਨੇ ਜਿਵੇਂ ਹੀ ਅਨਿਕੇਤ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹ ਖਾਮੋਸ਼ ਹੋ ਗਿਆ, ਕਿਉਂਕਿ ਕੱਲ੍ਹ ਦੀ ਤਰ੍ਹਾਂ ਅੱਜ ਵੀ ਉਹਨਾਂ ਦੋਹਾਂ ਨੂੰ ਦੇਖ ਕੇ ਨਹੀਂ ਲੱਗ ਰਿਹਾ ਸੀ ਕਿ ਉਹ ਦੋਨੋਂ ਆਪਸ ਵਿੱਚ ਰਾਤ ਨੂੰ ਝਗੜਦੇ ਹਨ, ਬਲਕਿ ਉਹ ਦੋਨੋਂ ਤਾਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਨਾਲ ਗੱਲ ਕਰ ਰਹੇ ਸੀ, ਜਿਵੇਂ ਪਤੀ ਪਤਨੀ ਇੱਕ ਦੂਜੇ ਨਾਲ ਆਪਸ 'ਚ ਗੱਲਾਂ ਕਰਦੇ ਆ। ਮੇਰਾ ਬੇਟਾ ਆਪਣੀ ਪਤਨੀ ਦੀ ਤਾਰੀਫ ਕਰ ਰਿਹਾ ਸੀ ਤੇ ਮੇਰੀ ਬਹੂ ਉਸ ਦੀ ਹਰ ਗੱਲ 'ਤੇ ਮੁਸਕਰਾ ਰਹੀ ਸੀ। ਇਹ ਸਭ ਕੀ ਸੀ? ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਜਦੋਂ ਮੇਰੀ ਬਹੂ ਅਤੇ ਬੇਟਾ ਉੱਥੋਂ ਚਲੇ ਗਏ ਤਾਂ ਮੇਰੇ ਪਤੀ ਮੈਨੂੰ ਡਾਂਟਣ ਲੱਗੇ ਕਿ ਇਹਨਾਂ ਦੋਹਾਂ ਬੱਚਿਆਂ ਨੂੰ ਦੇਖ ਕੇ ਤਾਂ ਅਜਿਹਾ ਨਹੀਂ ਲੱਗਦਾ ਕਿ ਇਹ ਦੋਨੋਂ ਆਪਸ ਵਿੱਚ ਝਗੜਦੇ ਹੋਣਗੇ। ਸ਼ਾਇਦ ਤੇਰਾ ਵਹਿਮ ਹੋਵੇਗਾ। ਮੈਂ ਕਿਹਾ, ਜੇ ਮੇਰਾ ਵਹਿਮ ਹੁੰਦਾ ਤਾਂ ਅਨਿਕੇਤ ਰੋਜ਼ ਆਪਣੇ ਕੋਲ ਆ ਕੇ ਆਪਣੇ ਕਮਰੇ ਵਿੱਚ ਕਿਉਂ ਸੌਂਦਾ। ਮੇਰੇ ਪਤੀ ਕਹਿਣ ਲੱਗੇ, ਸ਼ਾਇਦ ਉਹਨਾਂ ਦੋਹਾਂ ਦੇ ਵਿੱਚ ਕੋਈ ਪਰਸਨਲ ਮੈਟਰ ਹੋਵੇਗਾ, ਇਸ ਲਈ ਉਹ ਮੇਰੇ ਕਮਰੇ ਵਿੱਚ ਆ ਕੇ ਮੇਰੇ ਕੋਲ ਲੇਟ ਜਾਂਦਾ। ਲੇਕਿਨ ਮੇਰੀ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ। ਮੇਰੇ ਬੇਟੇ ਦਾ ਬਿਹੇਵੀਅਰ ਰਾਤ ਨੂੰ ਕੁਝ ਹੋਰ ਅਤੇ ਸਵੇਰੇ ਕੁਝ ਹੋਰ ਹੁੰਦਾ ਸੀ। ਮੇਰੇ ਦਿਮਾਗ ਵਿੱਚ ਬਸ ਇਹੀ ਗੱਲ ਘੁੰਮ ਰਹੀ ਸੀ। ਰਾਤ ਦੇ ਟਾਈਮ ਤੇ ਮੇਰਾ ਬੇਟਾ ਬਹੂ ਨੂੰ ਘੁਮਾਉਣ ਦੇ ਲਈ ਲੈ ਗਿਆ। ਉਹਨਾਂ ਦੋਹਾਂ ਨੇ ਕਿਹਾ ਕਿ ਅਸੀਂ ਬਾਹਰ ਹੀ ਇੱਕ ਦੂਜੇ ਨਾਲ ਡਿਨਰ ਕਰਨਗੇ। ਲਗਭਗ 7 ਵਜੇ ਤੱਕ ਉਹ ਦੋਨੋਂ ਘਰ ਤੋਂ ਨਿਕਲ ਗਏ। ਮੈਂ ਇਸ ਗੱਲ 'ਤੇ ਖੁਸ਼ ਸੀ ਕਿ ਚਲੋ ਦੋਨੋਂ ਬੱਚਿਆਂ ਵਿੱਚ ਸਭ ਕੁਝ ਠੀਕ ਹੋ ਗਿਆ। ਲੇਕਿਨ ਨਾ ਜਾਣੇ ਕਿਉਂ ਮੇਰੇ ਦਿਲ ਵਿੱਚ ਇੱਕ ਝਟਕਾ ਜਿਹਾ ਲੱਗਿਆ ਹੋਇਆ ਸੀ ਕਿ ਬਹੂ ਅਤੇ ਬੇਟੇ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੜਬੜ ਤਾਂ ਹੈ, ਜੋ ਰਾਤ ਹੁੰਦੇ ਹੀ ਉਹ ਦੋਨੋਂ ਇੱਕ ਦੂਜੇ ਤੋਂ ਅਲੱਗ ਤੇ ਸਵੇਰੇ ਇੱਕ ਦੂਜੇ ਨਾਲ ਖੁਸ਼ ਹੋ ਜਾਂਦੇ ਹਨ। ਮੈਂ ਇਹ ਸਭ ਸੋਚਦੇ ਇੰਨਾ ਪਰੇਸ਼ਾਨ ਹੋ ਜਾਂਦੀ ਕਿ ਮੇਰੇ ਸਿਰ ਵਿੱਚ ਦਰਦ ਹੋਣ ਲੱਗਦਾ। ਮੈਂ ਆਪਣੀ ਬਹੂ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਜਾਣਦੀ ਸੀ, ਕਿਉਂਕਿ ਉਹਨਾਂ ਦੋਹਾਂ ਦੀ ਪਸੰਦ ਦਾ ਵਿਆਹ ਸੀ। ਲੇਕਿਨ ਮੈਨੂੰ ਪੂਰਾ ਭਰੋਸਾ ਸੀ ਕਿ ਮੇਰੇ ਬੇਟੇ ਨੇ ਕਿਸੇ ਚੰਗੀ ਲੜਕੀ ਨਾਲ ਹੀ ਵਿਆਹ ਕੀਤਾ। ਪਰ ਜਦੋਂ ਤੋਂ ਵਿਆਹ ਹੋਇਆ ਸੀ, ਨਾ ਜਾਣੇ ਉਹ ਲੋਕ ਰਾਤ ਨੂੰ ਕਿਉਂ ਗੜਬੜ ਕਰਦੇ ਰਹਿੰਦੇ ਸੀ।
ਮੈਂ ਇਹੀ ਸੋਚ ਰਹੀ ਸੀ ਕਿ ਇਸ ਵਿਆਹ ਦਾ ਕੀ ਅੰਜਾਮ ਹੋਵੇਗਾ। ਰਾਤ ਦੇ 11 ਵਜੇ ਤੱਕ ਲਗਭਗ ਮੇਰੇ ਬੇਟੇ ਅਤੇ ਬਹੂ ਘਰ ਵਾਪਸ ਆ ਗਏ ਅਤੇ ਜਦੋਂ ਵਾਪਸ ਘਰ ਆਏ ਤਾਂ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਮੇਰੇ ਬੇਟੇ ਅਤੇ ਬਹੂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਹ ਕਦੇ ਨਹੀਂ ਲੜਦੇ ਹੋਣਗੇ। ਮੇਰਾ ਬੇਟਾ ਤੇ ਬਹੂ ਬਾਹਰ ਤੋਂ ਹੀ ਰਾਤ ਨੂੰ ਖਾਣਾ ਖਾ ਕੇ ਆਏ ਤੇ ਨਾਲ-ਨਾਲ ਮੇਰੇ ਅਤੇ ਆਪਣੇ ਪਿਤਾ ਜੀ ਦੇ ਲਈ ਵੀ ਖਾਣਾ ਪੈਕ ਕਰਵਾ ਕੇ ਲੈ ਆਏ। ਜਦ ਕਿ ਅਸੀਂ ਦੋਨੋਂ ਪਤੀ ਪਤਨੀ ਖਾਣਾ ਖਾ ਚੁੱਕੇ ਸੀ, ਪਰ ਮੈਨੂੰ ਖੁਸ਼ੀ ਹੋਈ ਕਿ ਮੇਰੇ ਬੇਟੇ ਨੂੰ ਆਪਣੀ ਮਾਂ ਤੇ ਪਿਤਾ ਜੀ ਦੀ ਕਿੰਨੀ ਪਰਵਾਹ। ਪਤਨੀ ਆਉਣ ਤੋਂ ਬਾਅਦ ਉਹ ਬਦਲਿਆ ਨਹੀਂ। ਥੋੜੇ ਦੇਰ ਮੇਰੇ ਨਾਲ ਗੱਲਾਂ ਕਰਨ ਦੇ ਬਾਅਦ ਉਹ ਦੋਨੋਂ ਆਪਣੇ ਕਮਰੇ 'ਚ ਚਲੇ ਗਏ। ਮੈਂ ਕਿਚਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਮੈਂ ਕਿਚਨ ਵਿੱਚ ਜਾ ਕੇ ਆਪਣੇ ਕੰਮ 'ਚ ਬਿਜੀ ਹੋ ਗਈ। 2 ਘੰਟੇ ਗੁਜ਼ਰੇ ਸੀ ਕਿ ਅਚਾਨਕ ਮੇਰੇ ਬੇਟੇ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਮੈਂ ਜਿਵੇਂ ਹੀ ਆਪਣੇ ਬੇਟੇ ਦੇ ਕਮਰੇ ਦੇ ਵੱਲ ਦੇਖਿਆ ਤਾਂ ਮੇਰਾ ਬੇਟਾ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ, ਕਮਰੇ ਦੇ ਦਰਵਾਜ਼ੇ ਨੂੰ ਬਾਹਰ ਤੋਂ ਬੰਦ ਕਰ ਰਿਹਾ ਸੀ। ਮੈਂ ਉਸ ਨੂੰ ਅਜਿਹਾ ਕਰਦੇ ਹੋਏ ਦੇਖ ਕੇ ਬਾਹਰ ਚਲੀ ਗਈ। ਉਹ ਮੈਨੂੰ ਵੀ ਸ਼ਰਮਿੰਦਾ ਹੋ ਕੇ ਦੇਖਣ ਲੱਗਿਆ ਤੇ ਕਹਿਣ ਲੱਗਿਆ ਕਿ ਮੈਂ ਤੁਹਾਡੇ ਕਮਰੇ ਵਿੱਚ ਸੌਣ ਜਾ ਰਿਹਾ। ਤੁਹਾਨੂੰ ਜਦੋਂ ਨੀਂਦ ਆਵੇਗੀ ਤਾਂ ਤੁਸੀਂ ਨਾਲ ਵਾਲੇ ਕਮਰੇ ਵਿੱਚ ਸੌਂ ਜਾਣਾ। ਮਤਲਬ ਅੱਜ ਵੀ ਉਹ ਆਪਣੀ ਪਤਨੀ ਨੂੰ ਕਮਰੇ ਵਿੱਚ ਛੱਡ ਕੇ ਮੇਰੇ ਕਮਰੇ ਵਿੱਚ ਸੌਣ ਲਈ ਚਲਾ ਗਿਆ। ਮੈਨੂੰ ਬੜੀ ਹੈਰਾਨੀ ਹੁੰਦੀ ਕਿ ਮੇਰੀ ਬਹੂ ਆਪਣੇ ਪਤੀ ਨੂੰ ਆਪਣੇ ਕਮਰੇ ਵਿੱਚ ਜਾਣ ਕਿਉਂ ਦਿੰਦੀ ਆ। ਕਮਰੇ ਦਾ ਝਗੜਾ ਕਮਰੇ ਦੇ ਅੰਦਰ ਵੀ ਤਾਂ ਰੱਖਿਆ ਜਾ ਸਕਦਾ। ਆਖਰ ਇਹ ਦੋਨੋਂ ਅਜਿਹਾ ਕਿਉਂ ਕਰ ਰਹੇ ਸੀ? ਜਦੋਂ ਉਹ ਦੋਨੋਂ ਕਮਰੇ ਦੇ ਅੰਦਰ ਗਏ ਸੀ ਤਾਂ ਉਹਨਾਂ ਦਾ ਮੂਡ ਬਹੁਤ ਚੰਗਾ ਸੀ ਤੇ ਫਿਰ ਉਹਨਾਂ ਦੇ ਕਮਰੇ ਵਿੱਚੋਂ ਲੜਨ ਦੀ ਆਵਾਜ਼ ਵੀ ਨਹੀਂ ਆਈ। ਆਖਰ ਇਹ ਸਾਬਤ ਚੱਲ ਕੀ ਰਿਹਾ ਸੀ? ਇਸ ਵਿੱਚ ਕੀ ਰਾਜ ਸੀ? ਮੈਂ ਆਪਣੇ ਕਮਰੇ ਵਿੱਚ ਜਾਣਾ ਠੀਕ ਨਾ ਸਮਝਿਆ। ਮੈਂ ਹਾਲ ਵਿੱਚ ਹੀ ਸੋਫੇ 'ਤੇ ਲੇਟ ਗਈ, ਲੇਕਿਨ ਅਚਾਨਕ ਮੈਨੂੰ ਬਹੂ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਮੈਂ ਸੋਚਿਆ ਸ਼ਾਇਦ ਆਪਣੇ ਪਤੀ ਨੂੰ ਕਮਰੇ 'ਚੋਂ ਕੱਢਣ ਤੋਂ ਬਾਅਦ ਪਛਤਾ ਰਹੀ ਹੋਵੇਗੀ, ਇਸ ਵਜ੍ਹਾ ਨਾਲ ਉਹ ਇੰਨੀ ਬੁਰੀ ਤਰ੍ਹਾਂ ਰੋ ਰਹੀ ਆ। ਅਤੇ ਫਿਰ ਮੈਂ ਸਵੇਰੇ ਉੱਠਦੇ ਹੀ ਦੇਖਿਆ ਕਿ ਮੇਰਾ ਬੇਟਾ ਆਪਣੇ ਕਮਰੇ ਵਿੱਚ ਵਾਪਸ ਜਾ ਰਿਹਾ ਸੀ ਤੇ ਕੁਝ ਦੇਰ ਦੇ ਬਾਅਦ ਉਹ ਦੋਨੋਂ ਖੁਸ਼ੀ-ਖੁਸ਼ੀ ਨਾਸ਼ਤਾ ਕਰਨ ਦੇ ਲਈ ਆਪਣੇ ਕਮਰੇ ਤੋਂ ਬਾਹਰ ਨਿਕਲੇ। ਉਹਨਾਂ ਦੋਹਾਂ ਨੂੰ ਦੇਖ ਕੇ ਲੱਗ ਹੀ ਨਹੀਂ ਰਿਹਾ ਸੀ ਕਿ ਇੱਕ ਦੂਜੇ ਤੋਂ ਨਾਰਾਜ਼ ਹਨ, ਬਲਕਿ ਉਹ ਤਾਂ ਇੱਕ ਦੂਜੇ ਨਾਲ ਹੱਸੀ ਮਜ਼ਾਕ ਕਰ ਰਹੇ ਸੀ। ਨਾਸ਼ਤਾ ਕਰਨ ਦੇ ਬਾਅਦ ਮੇਰੇ ਬੇਟੇ ਨੇ ਕਿਹਾ, ਮਾਂ, ਮੈਂ ਸਵਾਤੀ ਨੂੰ ਉਸਦੇ ਪੇਕੇ ਲੈ ਕੇ ਜਾਣਾ ਚਾਹੁੰਦਾ ਹਾਂ। ਉਹ ਸ਼ਾਮ ਤੱਕ ਵਾਪਸ ਆ ਜਾਵੇਗੀ। ਮੈਂ ਉਸ ਨੂੰ ਛੱਡਣ ਜਾ ਰਿਹਾ। ਮੈਂ ਉਹਨਾਂ ਦੋਹਾਂ ਨੂੰ ਪਰਮਿਸ਼ਨ ਦੇ ਦਿੱਤੀ ਤੇ ਉਹ ਦੋਨੋਂ ਚਲੇ ਗਏ। ਮੇਰਾ ਬੇਟਾ ਬਹੂ ਨੂੰ ਛੱਡ ਕੇ ਥੋੜੀ ਦੇਰ ਵਿੱਚ ਹੀ ਵਾਪਸ ਆ ਗਿਆ। ਜਦੋਂ ਉਹ ਆ ਕੇ ਮੇਰੇ ਕੋਲ ਬੈਠਾ ਤਾਂ ਮੈਂ ਉਸ ਨਾਲ ਗੱਲ ਕੀਤੀ ਅਤੇ ਕਿਹਾ, ਇਹ ਤੁਸੀਂ ਦੋਨਾਂ ਦੇ ਵਿੱਚ ਚੱਲ ਕੀ ਰਿਹਾ? ਤੂੰ ਉਸ ਲੜਕੀ ਦੇ ਨਾਲ ਖੁਸ਼ ਨਹੀਂ ਤਾਂ ਤੂੰ ਵਿਆਹ ਕਿਉਂ ਕੀਤਾ? ਰੋਜ਼ ਰਾਤ ਨੂੰ ਤੁਸੀਂ ਦੋਨੋਂ ਅਜੀਬ ਤਰ੍ਹਾਂ ਦੀ ਤਮਾਸ਼ਾ ਘਰ ਵਿੱਚ ਲਗਾਈ ਰੱਖਦੇ ਹੋ। ਤੇਰੀ ਪਤਨੀ ਇੰਨੀ ਜ਼ਿਆਦਾ ਬੁਰੀ ਆਦਤ ਦੀ ਆ, ਰਾਤ ਨੂੰ ਉਹ ਤੈਨੂੰ ਆਪਣੇ ਕਮਰੇ ਤੋਂ ਬਾਹਰ ਕੱਢ ਦਿੰਦੀ ਆ ਤੇ ਤੂੰ ਚੁੱਪ ਕਰਕੇ ਨਿਕਲ ਕੇ ਮੇਰੇ ਕਮਰੇ 'ਚ ਆ ਜਾਨਾ। ਮੇਰੀ ਗੱਲ ਸੁਣ ਕੇ ਮੇਰਾ ਬੇਟਾ ਘਬਰਾ ਗਿਆ ਤੇ ਉਹ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਨ ਲੱਗਾ। ਕਹਿਣ ਲੱਗਿਆ, ਨਹੀਂ ਮਾਂ, ਅਜਿਹੀ ਕੋਈ ਗੱਲ ਨਹੀਂ, ਤੁਹਾਨੂੰ ਗਲਤਫਹਿਮੀ ਹੋ ਰਹੀ ਆ। ਉਹ ਮੇਰੀ ਗੱਲ ਤੇ ਸਾਫ਼ ਮੁੱਕਰ ਰਿਹਾ ਸੀ, ਲੇਕਿਨ ਉਸਨੇ ਮੈਨੂੰ ਆਪਣੀ ਲੜਾਈ ਦੀ ਵਜ੍ਹਾ ਨਹੀਂ ਦੱਸੀ। ਮੈਨੂੰ ਕੋਈ ਗਲਤਫਹਿਮੀ ਨਹੀਂ ਹੋ ਰਹੀ ਸੀ, ਬਲਕਿ ਮੈਨੂੰ ਲੱਗ ਰਿਹਾ ਸੀ ਕਿ ਇਹਨਾਂ ਦੋਹਾਂ ਦੇ ਵਿੱਚ ਜ਼ਰੂਰ ਕੁਝ ਗਲਤ ਚੱਲ ਰਿਹਾ। ਵਿਆਹ ਨੂੰ ਹੌਲੀ-ਹੌਲੀ 15 ਦਿਨ ਹੋ ਗਏ, ਲੇਕਿਨ ਹਰ ਰੋਜ਼ ਉਹੀ ਤਮਾਸ਼ਾ ਲੱਗਿਆ ਰਹਿੰਦਾ। ਜਿਸ ਦਿਨ ਤੋਂ ਮੇਰੇ ਬੇਟੇ ਦਾ ਵਿਆਹ ਹੋਇਆ ਸੀ, ਉਹ ਆਪਣੇ ਕਮਰੇ ਵਿੱਚ ਨਹੀਂ ਸੌਂ ਰਿਹਾ ਸੀ ਅਤੇ ਮੈਨੂੰ ਨਾਲ ਦੇ ਕਮਰੇ ਵਿੱਚ ਸੌਣਾ ਪੈਂਦਾ ਸੀ। ਇਸ ਗੱਲ ਤੇ ਮੇਰੇ ਪਤੀ ਵੀ ਕੁਝ ਨਹੀਂ ਕਹਿੰਦੇ ਸੀ। ਉਹਨਾਂ ਦਾ ਕਹਿਣਾ ਸੀ ਕਿ ਹੋ ਸਕਦਾ ਪਤੀ ਪਤਨੀ ਦਾ ਆਪਸ ਵਿੱਚ ਪਰਸਨਲ ਮੈਟਰ ਆ, ਇਸ ਵਜ੍ਹਾ ਨਾਲ ਉਹ ਦੋਨੋਂ ਇੱਕ ਦੂਜੇ ਦੇ ਨਾਲ ਨਹੀਂ ਸੌਂਦੇ। ਜੇ ਉਹ ਦੋਨੋਂ ਝਗੜਾ ਕਰਦੇ ਤਾਂ ਇੱਕ ਦੂਜੇ ਦੇ ਨਾਲ ਇੰਨਾ ਜ਼ਿਆਦਾ ਖੁਸ਼ ਨਹੀਂ ਹੁੰਦੇ। ਮੇਰੇ ਪਤੀ ਕਹਿੰਦੇ ਕਿ ਉਹਨਾਂ ਦੋਹਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉਹ ਦੋਨੋਂ ਆਪਸ ਵਿੱਚ ਝਗੜਾ ਕਰਦੇ ਹੋਣਗੇ। ਬਸ ਤੈਨੂੰ ਹੀ ਗਲਤਫਹਿਮੀ ਲੱਗੀ ਰਹਿੰਦੀ ਆ। ਨਾ ਜਾਣੇ ਤੂੰ ਆਪਣੇ ਦਿਮਾਗ ਵਿੱਚ ਬੱਚਿਆਂ ਦੇ ਲਈ ਕੀ ਸੋਚਦੀ ਰਹਿੰਦੀ ਆ। ਮੈਂ ਬੜਾ ਪਰੇਸ਼ਾਨ ਹੋ ਗਈ ਕਿ ਆਖਰਕਾਰ ਮੈਂ ਕੀ ਕਰਾਂ। ਬਹੂ ਦੇ ਕਮਰੇ ਵਿੱਚ ਸਾਰੀ ਰਾਤ ਚੀਕਣ ਦੀ ਆਵਾਜ਼ ਆਉਂਦੀ ਰਹਿੰਦੀ ਆ। ਬੇਟੇ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ ਆ ਤਾਂ ਉਸਨੇ ਸਾਫ਼ ਮਨਾ ਕਰ ਦਿੱਤਾ। ਮੈਂ ਆਪਣੀ ਬਹੂ ਤੋਂ ਪੁੱਛਿਆ ਕਿ ਤੂੰ ਅਜਿਹਾ ਕਿਉਂ ਕਰ ਰਹੀ ਆ, ਪਰ ਉਸਨੇ ਵੀ ਮੈਨੂੰ ਕੁਝ ਨਹੀਂ ਦੱਸਿਆ। ਮੈਂ ਉਸਨੂੰ ਇਸ ਗੱਲ ਤੇ ਝਿੜਕ ਵੀ ਦਿੱਤਾ ਕਿ ਜੇ ਤੂੰ ਮੇਰੇ ਬੇਟੇ ਨਾਲ ਵਿਆਹ ਕਰ ਹੀ ਲਿਆ ਤਾਂ ਫਿਰ ਉਸ ਦੇ ਨਾਲ ਖੁਸ਼ ਰਹਿ ਅਤੇ ਸੁਖੀ ਆਪਣੀ ਜ਼ਿੰਦਗੀ ਗੁਜ਼ਾਰ। ਇਸ ਤਰ੍ਹਾਂ ਕਰਨ ਦੀ ਕੀ ਜ਼ਰੂਰਤ ਆ? ਮੈਂ ਆਪਣੀ ਬਹੂ ਨੂੰ ਬਹੁਤ ਸਾਰੀਆਂ ਗੱਲਾਂ ਸੁਣਾ ਦਿੱਤੀਆਂ, ਲੇਕਿਨ ਉਸਨੇ ਮੇਰੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਉਹ ਸਿਰਫ ਚੁੱਪ ਬੈਠੀ ਰਹੀ, ਮੇਰੀਆਂ ਗੱਲਾਂ ਸੁਣਦੀ ਰਹੀ। ਮੈਨੂੰ ਉਸ ਤੋਂ ਹੋਰ ਵੀ ਜ਼ਿਆਦਾ ਗੁੱਸਾ ਆ ਰਿਹਾ ਸੀ ਕਿਉਂਕਿ ਮੈਂ ਉਸ ਤੋਂ ਕੁਝ ਪੁੱਛ ਰਹੀ ਸੀ ਤੇ ਉਹ ਮੇਰੀ ਗੱਲ ਦਾ ਜਵਾਬ ਨਹੀਂ ਦੇ ਰਹੀ ਸੀ। ਦੂਜੇ ਤਰਫ ਮੇਰੇ ਬੇਟੇ ਦਾ ਬਿਹੇਵੀਅਰ ਵੀ ਇਹੀ ਸੀ।
ਦੋਨੋਂ ਹੀ ਮਿਲ ਕੇ ਸੱਚ ਦੱਸਣ ਦੇ ਲਈ ਤਿਆਰ ਹੀ ਨਹੀਂ ਸੀ ਅਤੇ ਰਾਤ ਨੂੰ ਅਲੱਗ-ਅਲੱਗ ਕਮਰਿਆਂ ਵਿੱਚ ਸੌਂ ਜਾਂਦੇ ਸੀ ਅਤੇ ਜਦੋਂ ਸਵੇਰੇ ਉੱਠਦੇ ਤਾਂ ਆਪਸ ਵਿੱਚ ਇੰਨੀ ਜ਼ਿਆਦਾ ਮੁਹੱਬਤ ਹੁੰਦੀ ਕਿ ਜਿਸ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਸੀ ਕਿ ਬਹੂ ਅਨਿਕੇਤ ਨੂੰ ਕਮਰੇ ਤੋਂ ਬਾਹਰ ਕੱਢ ਸਕਦੀ ਆ। ਦੋਨੋਂ ਰੋਜ਼ ਸ਼ਾਮ ਨੂੰ ਘੁੰਮਣ ਦੇ ਲਈ ਵੀ ਜਾਂਦੇ ਤੇ ਫਿਰ ਘਰ ਨੂੰ ਡਿਨਰ ਕਰਕੇ ਹੀ ਵਾਪਸ ਆਉਂਦੇ। ਆਂਢੀਆਂ ਗਵਾਂਢੀਆਂ ਦੇ ਲੋਕ ਵੀ ਉਹਨਾਂ ਦੀ ਮੁਹੱਬਤ ਦੀ ਤਾਰੀਫ ਕਰਿਆ ਕਰਦੇ, ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਰਾਤ ਨੂੰ ਇੱਥੇ ਕੀ ਤਮਾਸ਼ਾ ਹੁੰਦਾ। ਇਹ ਤਾਂ ਸਿਰਫ ਮੈਂ ਜਾਣਦੀ ਸੀ ਤੇ ਮੈਂ ਕਿਸ ਦੁੱਖ 'ਚੋਂ ਗੁਜ਼ਰ ਰਹੀ ਹਾਂ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ, ਲੇਕਿਨ ਬਹੂ ਮੈਨੂੰ ਇਹੀ ਕਹਿੰਦੀ ਕਿ ਮਾਂ ਜੀ ਸਾਡੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ, ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਅਸੀਂ ਆਪਣਾ ਮੈਟਰ ਖੁਦ ਸੋਲਵ ਕਰ ਲਵਾਂਗੇ। ਪਰ ਉਹ ਮੈਨੂੰ ਦੱਸਣ ਦੇ ਲਈ ਤਿਆਰ ਕਿਉਂ ਨਹੀਂ ਸੀ? ਉਹ ਜਿਹਾ ਕਿਉਂ ਕਰਦੀ ਆ? ਇੱਧਰ ਮੇਰਾ ਬੇਟਾ ਵੀ ਇਹੀ ਕਹਿੰਦਾ ਸੀ ਕਿ ਮੈਨੂੰ ਆਪਣੀ ਪਤਨੀ ਨਾਲ ਕੋਈ ਪਰੇਸ਼ਾਨੀ ਨਹੀਂ, ਲੇਕਿਨ ਮੈਨੂੰ ਕਿਤੇ ਨਾ ਕਿਤੇ ਆਪਣੇ ਬੇਟੇ ਤੇ ਸ਼ੱਕ ਹੋਣ ਲੱਗਿਆ ਕਿ ਜ਼ਰੂਰ ਕੋਈ ਵੱਡੀ ਗੱਲ ਆ। ਇਹ ਦੋਨੋਂ ਪਤੀ ਪਤਨੀ ਮੇਰੇ ਤੋਂ ਕੁਝ ਛੁਪਾ ਰਹੇ ਆ ਤੇ ਦੱਸਣ ਦੇ ਲਈ ਤਿਆਰ ਨਹੀਂ। ਮੈਂ ਅੱਜ ਫੈਸਲਾ ਕਰ ਲਿਆ ਕਿ ਮੈਂ ਕਮਰੇ ਦਾ ਰਾਜ਼ ਜਾਣ ਕੇ ਹੀ ਰਹੂੰਗੀ। ਆਖਰ ਮੇਰੀ ਬਹੂ ਬੇਟੇ ਦੇ ਕਮਰੇ 'ਚੋਂ ਕਿਉਂ ਬਾਹਰ ਕੱਢਦੀ ਆ? ਮੈਂ ਆਪਣੀ ਬਹੂ ਅਤੇ ਬੇਟੇ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਮੇਰੇ ਬੇਟੇ ਦੀ ਆਫਿਸ ਦੀਆਂ ਛੁੱਟੀਆਂ ਦੇ ਦਿਨ ਵੀ ਖਤਮ ਹੋ ਗਏ ਸੀ ਤੇ ਮੈਂ ਵੀ ਸਾਰਾ ਦਿਨ ਘਰ ਵਿੱਚ ਰਹਿੰਦੀ ਸੀ। ਅਨਿਕੇਤ ਨੇ ਵੀ ਆਫਿਸ ਜਾਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਪਤੀ ਨੇ ਵਿਆਹ ਦੇ 4-5 ਦਿਨਾਂ ਬਾਅਦ ਹੀ ਨੌਕਰੀ ਤੇ ਜਾਣ ਲੱਗੇ ਸੀ। ਪਤੀ ਅਤੇ ਬੇਟੇ ਦਾ ਕਾਰੋਬਾਰ ਚੰਗਾ ਸੀ। ਮੈਂ ਹੁਣ ਸੋਚ ਲਿਆ ਸੀ ਕਿ ਮੈਂ ਘਰ ਹੀ ਰਹੂੰਗੀ ਤੇ ਆਪਣੀ ਬਹੂ ਤੇ ਨਜ਼ਰ ਰੱਖੂੰਗੀ ਤੇ ਦੇਖੂੰਗੀ ਕਿ ਉਹ ਅਜਿਹਾ ਕਿਉਂ ਕਰਦੀ ਆ। ਇੱਕ ਦਿਨ ਮੈਂ ਸੋਚਿਆ ਕਿ ਮੇਰਾ ਬੇਟਾ ਜਦੋਂ ਆਪਣੇ ਕਮਰੇ ਵਿੱਚ ਜਾਊਗਾ ਤਾਂ ਮੈਂ ਉਹਨਾਂ ਦੋਹਾਂ ਦੀਆਂ ਗੱਲਾਂ ਸੁਣੂੰਗੀ ਤੇ ਕਮਰੇ ਦੀ ਖਿੜਕੀ ਵਿੱਚ ਝਾਕ ਕੇ ਦੇਖੂੰਗੀ ਕਿ ਉਹ ਦੋਨੋਂ ਆਪਸ ਵਿੱਚ ਕੀ ਕਰਦੇ ਆ। ਉਹ ਦੋਨੋਂ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਸੀ। ਮੈਨੂੰ ਲੱਗਿਆ ਸ਼ਾਇਦ ਉਹ ਦੋਹਾਂ ਵਿੱਚ ਸਭ ਕੁਝ ਠੀਕ ਆ। ਮੈਂ ਪਿੱਛੇ ਮੁੜ ਕੇ ਆਪਣੇ ਕਮਰੇ ਦੇ ਵੱਲ ਆਉਣ ਲੱਗੀ ਤਾਂ ਇੰਨੀ ਦੇਰ ਵਿੱਚ ਜਦੋਂ ਮੈਂ ਆਪਣੇ ਬਾਰੇ ਵਿੱਚ ਗੱਲ ਸੁਣੀ ਤਾਂ ਮੈਂ ਉਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਰੁਕ ਗਈ। ਗੱਲ ਨੂੰ ਗੌਰ ਨਾਲ ਸੁਣਨ ਲੱਗੀ। ਮੇਰੀ ਬਹੂ ਬੇਟੇ ਨੂੰ ਕਹਿ ਰਹੀ ਸੀ ਕਿ ਮਾਂ ਤਾਂ ਆਪਣੇ ਦੋਹਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਆ, ਬਸ ਹਮੇਸ਼ਾ ਇਹੀ ਜਾਣਨ ਵਿੱਚ ਲੱਗੀ ਰਹਿੰਦੀ ਆ ਕਿ ਰਾਤ ਨੂੰ ਤੁਸੀਂ ਕਮਰੇ ਤੋਂ ਬਾਹਰ ਕਿਉਂ ਨਿਕਲ ਜਾਂਦੇ ਹੋ। ਉਹਨਾਂ ਨੂੰ ਅਜਿਹਾ ਲੱਗਦਾ ਕਿ ਮੈਂ ਤੁਹਾਨੂੰ ਕਮਰੇ ਤੋਂ ਬਾਹਰ ਕੱਢ ਦਿੰਨੀ ਆ। ਤੁਸੀਂ ਆਪਣੀ ਮਾਂ ਨੂੰ ਸਮਝਾ ਦਿਓ ਕਿ ਉਹ ਸਾਨੂੰ ਜਾਣਨ ਦੀ ਜ਼ਿਆਦਾ ਕੋਸ਼ਿਸ਼ ਨਾ ਕਰੇ ਤੇ ਆਪਣੇ ਮਾਮਲਿਆਂ ਤੋਂ ਥੋੜਾ ਦੂਰ ਰਹੇ। ਅਸੀਂ ਦੋਨੋਂ ਖੁਸ਼ੀ-ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਅਤੇ ਉਹਨਾਂ ਦੇ ਸਾਹਮਣੇ ਵੀ ਹੱਸੀ ਖੁਸ਼ੀ ਰਹਿੰਦੇ ਆ। ਨਾ ਜਾਣੇ ਉਹਨਾਂ ਨੂੰ ਸਾਡੇ ਨਾਲ ਕੀ ਪ੍ਰੋਬਲਮ ਰਹਿੰਦੀ ਆ। ਬਹੂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਗੁੱਸਾ ਆ ਗਿਆ, ਲੇਕਿਨ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੇਰਾ ਬੇਟਾ ਮੇਰੇ ਖਿਲਾਫ ਆਪਣੀ ਪਤਨੀ ਤੋਂ ਇਹ ਗੱਲ ਨਹੀਂ ਸੁਣ ਸਕਦਾ। ਲੇਕਿਨ ਜੋ ਗੱਲ ਮੇਰੇ ਬੇਟੇ ਨੇ ਕਹੀ ਉਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ। ਮੇਰੇ ਬੇਟੇ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਮਾਂ ਨੂੰ ਸਮਝਾ ਦਊਂਗਾ। ਤੇ ਫਿਰ ਮੇਰਾ ਬੇਟਾ ਰਾਤ ਦੇ ਟਾਈਮ ਮੇਰੇ ਕੋਲ ਆ ਗਿਆ ਤੇ ਮੈਨੂੰ ਸਮਝਾਉਣ ਲੱਗਾ, ਕਹਿਣ ਲੱਗਾ ਮੇਰੀ ਪਤਨੀ ਮੇਰੇ ਨਾਲ ਬਹੁਤ ਪਿਆਰ ਨਾਲ ਰਹਿੰਦੀ ਆ, ਤੁਸੀਂ ਸਾਡੇ ਮੈਟਰ ਵਿੱਚ ਨਹੀਂ ਬੋਲਣਾ ਚਾਹੀਦਾ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਇਹ ਦਿਨ ਵੀ ਦੇਖਣ ਦੇ ਲਈ ਮੈਂ ਆਪਣੇ ਬੇਟੇ ਦਾ ਵਿਆਹ ਕਰਵਾਇਆ ਸੀ। ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਉਹਨਾਂ ਦੇ ਕਿਸੇ ਵੀ ਗੱਲ ਵਿੱਚ ਦਖਲ ਅੰਦਾਜ਼ੀ ਨਹੀਂ ਕਰੂੰਗੀ। ਅਤੇ ਫਿਰ ਮੇਰੇ ਬੇਟੇ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਸਾਡੀ ਸ਼ਾਦੀशुदा ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹ ਘਰ ਛੱਡ ਕੇ ਆਪਣੀ ਪਤਨੀ ਦੇ ਨਾਲ ਦੂਜੇ ਘਰ ਵਿੱਚ ਸ਼ਿਫਟ ਹੋ ਜਾਊਂਗਾ। ਇਹ ਗੱਲ ਸੁਣ ਕੇ ਮੈਂ ਤਾਂ ਰੋਣ ਲੱਗੀ ਅਤੇ ਮੈਂ ਸੋਚ ਲਿਆ ਕਿ ਉਹਨਾਂ ਦੋਹਾਂ ਆਪਣਾ ਚੰਗਾ ਬੁਰਾ ਖੁਦ ਜਾਣਦੇ ਹਨ। ਜਦੋਂ ਉਹ ਦੋਨੋਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਨ ਤਾਂ ਮੇਰਾ ਬੋਲਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਲੇਕਿਨ ਮੇਰੇ ਬਹੂ ਅਤੇ ਬੇਟੇ ਦਾ ਰੋਜ਼ ਦਾ ਉਹੀ ਰੁਟੀਨ ਬਣਿਆ ਹੋਇਆ ਸੀ। ਮੈਂ ਦੂਜੇ ਕਮਰੇ ਵਿੱਚ ਸ਼ਿਫਟ ਹੋ ਗਈ ਸੀ ਤੇ ਮੇਰੇ ਪਤੀ ਦੇ ਨਾਲ ਮੇਰਾ ਬੇਟਾ ਸੌਂਦਾ ਸੀ। ਮੈਂ ਚਾਹੁੰਦੀ ਤਾਂ ਆਪਣੇ ਬੇਟੇ ਨੂੰ ਕਹਿ ਵੀ ਸਕਦੀ ਸੀ ਕਿ ਤੂੰ ਬਰਾਬਰ ਵਾਲੇ ਕਮਰੇ ਵਿੱਚ ਸੌਂ ਜਾਇਆ ਕਰ, ਲੇਕਿਨ ਹੁਣ ਮੈਂ ਉਸ ਨਾਲ ਜ਼ਿਆਦਾ ਗੱਲਬਾਤ ਕਰਨਾ ਛੱਡ ਦਿੱਤਾ ਸੀ। ਇਸ ਲਈ ਮੈਂ ਮਜਬੂਰੀ ਵਿੱਚ ਆਪਣੀ ਜਗ੍ਹਾ ਆਪਣੇ ਬੇਟੇ ਨੂੰ ਦੇ ਕੇ ਨਾਲ ਵਾਲੇ ਕਮਰੇ ਵਿੱਚ ਸੌਣ ਲੱਗੀ। ਲੇਕਿਨ ਮੈਨੂੰ ਇਹ ਵੀ ਟੈਨਸ਼ਨ ਹੁੰਦੀ ਕਿ ਬਹੂ ਸਾਰੀ ਰਾਤ ਕਿਉਂ ਰੋਂਦੀ ਰਹਿੰਦੀ ਆ। ਹੁਣ ਮੈਂ ਇਸ ਬਾਰੇ ਵਿੱਚ ਸੋਚਣਾ ਬੰਦ ਹੀ ਕਰ ਦਿੱਤਾ ਸੀ। ਮੈਂ ਬਹੂ ਨਾਲ ਵੀ ਜ਼ਿਆਦਾ ਗੱਲ ਨਹੀਂ ਕਰਦੀ ਸੀ। ਇੱਕ ਦਿਨ ਮੇਰੇ ਗਵਾਂਢ ਵਿੱਚ ਰਹਿਣ ਵਾਲੀ ਸਹੇਲੀ ਮੈਨੂੰ ਆਪਣੇ ਨਾਲ ਮਾਰਕੀਟ ਲੈ ਕੇ ਚਲੀ ਗਈ। ਮੈਂ ਰਿਕਸ਼ੇ ਵਿੱਚ ਬੈਠੀ ਸੀ ਤੇ ਅਸੀਂ ਮਾਰਕੀਟ ਤੋਂ ਵਾਪਸ ਆ ਰਹੀਆਂ ਸੀ ਤਾਂ ਅਚਾਨਕ ਮੇਰੀ ਨਜ਼ਰ ਸੜਕ ਤੇ ਚੱਲਦੀ ਹੋਈ ਲੜਕੀ ਤੇ ਗਈ। ਉਹ ਲੜਕੀ ਕੋਈ ਹੋਰ ਨਹੀਂ ਬਲਕਿ ਮੇਰੀ ਬਹੂ ਸਵਾਤੀ ਸੀ ਤੇ ਉਸ ਦੇ ਨਾਲ ਇੱਕ ਉਮਰਦਰਾਜ਼ ਆਦਮੀ ਵੀ ਸੀ। ਇਹ ਆਦਮੀ ਉਸ ਦਾ ਪਿਤਾ ਜਾਂ ਭਾਈ ਤਾਂ ਨਹੀਂ ਸੀ। ਰਿਕਸ਼ਾ ਚਲਾ ਗਿਆ ਸੀ, ਵਰਨਾ ਮੈਂ ਧਿਆਨ ਨਾਲ ਦੇਖਦੀ ਕਿ ਬਹੂ ਦੇ ਨਾਲ ਕੌਣ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਜਾਣ ਤੇ 10 ਮਿੰਟ ਬਾਅਦ ਹੀ ਬਹੂ ਵੀ ਆ ਗਈ। ਮੈਂ ਆਪਣੀ ਬਹੂ ਤੋਂ ਪੁੱਛਿਆ, ਸਵਾਤੀ
ਤੂੰ ਕਿੱਥੇ ਗਈ ਸੀ? ਤਾਂ ਉਹ ਕਹਿਣ ਲੱਗੀ ਮੈਂ ਆਪਣੇ ਪੇਕੇ ਗਈ ਸੀ, ਹੁਣੇ ਹੀ ਰਿਕਸ਼ੇ ਵਿੱਚ ਬੈਠ ਕੇ ਇੱਥੇ ਆਈ ਹਾਂ। ਲੇਕਿਨ ਮੈਂ ਸੋਚਿਆ ਕਿ ਸਵਾਤੀ ਤਾਂ ਮੈਨੂੰ ਪੈਦਲ ਆਉਂਦੀ ਨਜ਼ਰ ਆ ਰਹੀ ਸੀ, ਇਸ ਦਾ ਮਤਲਬ ਉਹ ਮੇਰੇ ਨਾਲ ਝੂਠ ਬੋਲ ਰਹੀ ਆ, ਮੇਰੀਆਂ ਅੱਖਾਂ ਨੇ ਕੁਝ ਗਲਤ ਨਹੀਂ ਦੇਖਿਆ। ਮੈਂ ਖੁਦ ਸਵਾਤੀ ਨੂੰ ਪੈਦਲ ਆਉਂਦੀ ਹੋਈ ਨੂੰ ਉਮਰਦਰਾਜ਼ ਆਦਮੀ ਦੇ ਨਾਲ ਚੱਲਦੇ ਹੋਏ ਦੇਖਿਆ ਤੇ ਸਵਾਤੀ ਕਹਿ ਰਹੀ ਆ ਕਿ ਉਹ ਰਿਕਸ਼ੇ ਵਿੱਚ ਬੈਠ ਕੇ ਇੱਥੇ ਆਈ ਆ। ਲੇਕਿਨ ਮੇਰੇ ਦਿਲ ਵਿੱਚ ਅਜੀਬ ਖਿਆਲ ਆ ਰਹੇ ਸੀ। ਮੈਨੂੰ ਲੱਗ ਰਿਹਾ ਸੀ ਕਿ ਸਵਾਤੀ ਮੈਨੂੰ ਬਹੁਤ ਵੱਡਾ ਝੂਠ ਬੋਲ ਰਹੀ ਆ। ਕੁਝ ਦਿਨ ਬਾਅਦ ਜਦੋਂ ਮੈਂ ਮੰਦਰ ਗਈ ਤਾਂ ਫਿਰ ਮੈਂ ਰਸਤੇ ਵਿੱਚ ਸਵਾਤੀ ਨੂੰ ਉਸ ਆਦਮੀ ਦੇ ਨਾਲ ਚੱਲਦੇ ਹੋਏ ਰਸਤੇ ਵਿੱਚ ਦੇਖਿਆ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਸਵਾਤੀ ਮੇਰੇ ਬੇਟੇ ਦੇ ਨਾਲ ਕੁਝ ਗਲਤ ਕਰ ਰਹੀ ਆ ਤੇ ਉਸ ਨੂੰ ਧੋਖਾ ਦੇ ਰਹੀ ਆ। ਉਸਨੇ ਮੇਰੇ ਬੇਟੇ ਨਾਲ ਦਾ ਜਾਣੇ ਵਿਆਹ ਕਿਉਂ ਕੀਤਾ? ਜਦੋਂ ਚੋਰੀ ਛਿਪ ਕੇ ਉਸ ਆਦਮੀ ਨਾਲ ਮਿਲਣਾ ਹੀ ਸੀ ਤਾਂ ਮੈਂ ਸਮਝ ਗਈ ਕਿ ਸਵਾਤੀ ਨੇ ਕਿਸੇ ਨਾ ਕਿਸੇ ਮਜਬੂਰੀ ਵਿੱਚ ਆ ਕੇ ਅਨਿਕੇਤ ਦੇ ਨਾਲ ਵਿਆਹ ਕੀਤਾ, ਕਿਉਂਕਿ ਉਹਨਾਂ ਹਾਲੇ ਤੱਕ ਮੇਰੇ ਬੇਟੇ ਨੂੰ ਦਿਲ ਤੋਂ ਐਕਸੈਪਟ ਨਹੀਂ ਕੀਤਾ ਸੀ। ਉਹ ਰਾਤ ਨੂੰ ਮੇਰੇ ਬੇਟੇ ਨੂੰ ਕਮਰੇ ਤੋਂ ਬਾਹਰ ਕੱਢ ਦਿਆ ਕਰਦੀ ਸੀ ਤੇ ਆਖਰ ਇਹੀ ਵਜ੍ਹਾ ਹੋ ਸਕਦੀ ਆ ਜੋ ਸਵਾਤੀ ਰੋਜ਼ ਰਾਤ ਨੂੰ ਅਜਿਹਾ ਕਰਦੀ ਆ। ਮੇਰਾ ਬੇਟਾ ਤਾਂ ਬਹੂ ਨੂੰ ਦਿਲ ਤੋਂ ਮੁਹੱਬਤ ਕਰਦਾ ਸੀ ਤਾਂ ਫਿਰ ਬਹੂ ਇਹ ਕਿਉਂ ਖੇਡਾਂ ਖੇਡ ਰਹੀ ਸੀ? ਮੇਰਾ ਬੇਟਾ ਆਪਣੀ ਪਤਨੀ ਦੀ ਹਰ ਗੱਲ ਮੰਨਦਾ ਹੈ, ਜਿਵੇਂ ਉਹ ਕਹਿੰਦੀ ਆ ਉਵੇਂ ਹੀ ਉਹ ਕਰੀ ਜਾਂਦਾ। ਹੁਣ ਵੀ ਜਦੋਂ ਸਵਾਤੀ ਆਪਣੇ ਪੇਕੇ ਦਾ ਬਹਾਨਾ ਲਾ ਕੇ ਘਰ ਤੋਂ ਬਾਹਰ ਨਿਕਲੀ ਤਾਂ ਮੈਂ ਵੀ ਉਸਦੇ ਪਿੱਛੇ ਚੋਰੀ ਨਿਕਲ ਗਈ ਤੇ ਉਸਦਾ ਪਿੱਛਾ ਕਰਨ ਲੱਗੀ। ਲੇਕਿਨ ਇੱਕ ਪਤਲੀ ਗਲੀ ਵਿੱਚ ਜਾ ਕੇ ਉਹ ਕਿਤੇ ਗੁੰਮ ਗਈ। ਮੈਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਮੈਨੂੰ ਕਿਤੇ ਨਜ਼ਰ ਨਾ ਆਈ। ਮੈਂ ਬਹੁਤ ਦੇਰ ਉੱਥੇ ਖੜੀ ਹੋ ਕੇ ਉਸਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਤਾਂ ਅਚਾਨਕ ਮੈਨੂੰ ਇੱਕ ਰਿਕਸ਼ਾ ਮਿਲ ਗਿਆ ਤੇ ਮੈਂ ਉਸ ਰਿਕਸ਼ੇ ਵਿੱਚ ਬੈਠ ਕੇ ਘਰ ਆਉਣ ਹੀ ਵਾਲੀ ਸੀ ਕਿ ਅਚਾਨਕ ਉਹ ਪਤਲੀ ਜਿਹੀ ਗਲੀ ਵਿੱਚੋਂ ਉਹ ਉਮਰਦਰਾਜ਼ ਆਦਮੀ ਅਤੇ ਸਵਾਤੀ ਬਾਹਰ ਨਿਕਲੇ। ਉਹ ਦੋਨੋਂ ਆਪਸ ਵਿੱਚ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਮੈਂ ਆਪਣੇ ਮੋਬਾਈਲ ਕੱਢਿਆ ਤੇ ਉਸ ਦੀ ਵੀਡੀਓ ਆਪਣੇ ਮੋਬਾਈਲ ਵਿੱਚ ਰਿਕਾਰਡ ਕਰਨ ਲੱਗੀ। ਉਸ ਦੀ ਵੀਡੀਓ ਮੈਂ ਆਪਣੇ ਕੋਲ ਸਬੂਤ ਦੇ ਤੌਰ ਤੇ ਸੇਵ ਕਰ ਲਈ ਤਾਂ ਕਿ ਇਹ ਵੀਡੀਓ ਨੂੰ ਆਪਣੇ ਬੇਟੇ ਨੂੰ ਦਿਖਾ ਸਕਾਂ। ਲੇਕਿਨ ਸਿਰਫ ਇੱਕ ਵੀਡੀਓ ਹੀ ਮੇਰੇ ਲਈ ਕਾਫੀ ਨਹੀਂ ਸੀ, ਮੈਨੂੰ ਹੋਰ ਵੀ ਸਬੂਤ ਇਕੱਠੇ ਕਰਨੇ ਸੀ ਤਾਂ ਕਿ ਮੈਂ ਸਵਾਤੀ ਦਾ ਪਰਦਾਫਾਸ਼ ਕਰ ਸਕਾਂ। ਮੈਂ ਬੈਠੇ ਆਪਣੇ ਦਿਮਾਗ ਨਾਲ ਤੇ ਜ਼ੋਰ ਪਾ ਕੇ ਗਹਿਰਾਈ ਦੇ ਨਾਲ ਸੋਚ ਰਹੀ ਸੀ ਤਾਂ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿ ਮੈਂ ਦੇਖਾਂ ਮੇਰੀ ਬਹੂ ਕਮਰੇ ਦੇ ਅੰਦਰ ਕੀ ਕਰਦੀ ਆ। ਇਸ ਲਈ ਮੈਨੂੰ ਉਸ ਕਮਰੇ ਦੇ ਅੰਦਰ ਕਿਸੇ ਤਰ੍ਹਾਂ ਜਾਣਾ ਪਵੇਗਾ। ਮੈਂ ਦੇਖਣਾ ਚਾਹੁੰਦੀ ਸੀ ਕਿ ਰਾਤ ਨੂੰ ਮੇਰੇ ਬੇਟੇ ਅਤੇ ਬਹੂ ਦੇ ਵਿੱਚ ਅਜਿਹਾ ਕੀ ਹੁੰਦਾ ਜੋ ਮੇਰਾ ਬੇਟਾ ਕਮਰੇ ਤੋਂ ਬਾਹਰ ਨਿਕਲ ਜਾਂਦਾ ਅਤੇ ਮੇਰੀ ਬਹੂ ਚੀਖ ਕੇ ਰੋਂਦੀ ਆ। ਅੱਜ ਮੇਰੇ ਬੇਟੇ ਦੀ ਛੁੱਟੀ ਸੀ ਤੇ ਉਹ ਆਪਣੀ ਪਤਨੀ ਨੂੰ ਲੈ ਕੇ ਬਾਹਰ ਘੁੰਮਣ ਦੇ ਲਈ ਗਿਆ ਹੋਇਆ ਸੀ। ਉਹਨਾਂ ਦੋਹਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਉਹਨਾਂ ਦੇ ਕਮਰੇ ਵਿੱਚ ਜਾ ਕੇ ਲੁਕ ਗਈ ਤਾਂ ਕਿ ਜਾਣ ਸਕਾਂ ਕਿ ਕਮਰੇ ਵਿੱਚ ਜਾਣ ਤੋਂ ਬਾਅਦ ਇਹ ਦੋਨੋਂ ਕਰਦੇ ਕੀ ਆ। ਸਾਡੇ ਕਮਰੇ ਵਿੱਚ ਤਾਂ ਇੱਕ ਬੈਕ ਸਾਈਡ ਦਾ ਦਰਵਾਜ਼ਾ ਬਰਾਬਰ ਵਾਲੀ ਗਲੀ ਵਿੱਚ ਖੁੱਲਦਾ ਸੀ ਜੋ ਮੇਰੇ ਬੇਟੇ ਦੇ ਕਮਰੇ ਵਿੱਚ ਹੀ ਸੀ। ਮੈਨੂੰ ਯਕੀਨ ਹੋ ਗਿਆ ਸੀ ਕਿ ਜ਼ਰੂਰ ਮੇਰੀ ਬਹੂ ਉਸ ਆਦਮੀ ਨੂੰ ਫੋਨ ਤੇ ਗੱਲਾਂ ਕਰਦੀ ਹੋਵੇਗੀ ਜਾਂ ਫਿਰ ਰਾਤ ਨੂੰ ਉਸ ਨੂੰ ਮਿਲਣ ਦੇ ਲਈ ਬੁਲਾਉਂਦੀ ਹੋਵੇਗੀ, ਇਸ ਲਈ ਦਰਵਾਜ਼ਾ ਵੀ ਖੁੱਲ੍ਹਾ ਰਹਿੰਦਾ। ਮੈਨੂੰ ਆਪਣੀ ਬੇਵਕੂਫ ਬੇਟੇ ਤੇ ਗੁੱਸਾ ਆਇਆ ਜੋ ਉਸ ਲੜਕੀ ਦੇ ਪਿਆਰ ਵਿੱਚ ਪਾਗਲ ਹੋ ਰਿਹਾ ਸੀ ਤੇ ਉਹ ਲੜਕੀ ਉਸ ਨੂੰ ਬੇਵਕੂਫ ਬਣਾਈ ਜਾ ਰਹੀ ਸੀ। ਲੇਕਿਨ ਇਸ ਲੜਕੀ ਨੂੰ ਤਾਂ ਮੇਰੇ ਬੇਟੇ ਵਿੱਚ ਕੋਈ ਇੰਟਰਸਟ ਹੀ ਨਹੀਂ ਸੀ, ਨਾ ਤਾਂ ਹੀ ਤਾਂ ਉਹ ਉਸ ਨੂੰ ਉਸ ਦੀ ਕਦਰ ਵੀ ਨਹੀਂ ਕਰਦੀ ਸੀ। ਮੈਂ ਅੱਜ ਆਪਣੀ ਬਹੂ ਨੂੰ ਰੰਗੇ ਹੱਥੀਂ ਫੜਨਾ ਚਾਹੁੰਦੀ ਸੀ। ਮੇਰੇ ਮੋਬਾਈਲ ਵਿੱਚ ਉਹ ਵੀਡੀਓ ਵੀ ਮੌਜੂਦ ਸੀ। ਰਾਤ ਦੇ 11 ਵੱਜ ਰਹੇ ਸੀ ਜਦੋਂ ਮੇਰਾ ਬੇਟਾ ਅਤੇ ਬਹੂ ਕਮਰੇ ਦੇ ਅੰਦਰ ਦਾਖਲ ਹੋਏ ਤੇ ਕੁਝ ਦੇਰ ਤੱਕ ਉਹ ਬੈਠ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ। ਉਸ ਦੀਆਂ ਗੱਲਾਂ ਵਿੱਚ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਸ ਦੇ ਵਿੱਚ ਕੋਈ ਝਗੜਾ ਹੁੰਦਾ ਹੋਵੇਗਾ। ਲਗਭਗ 1 ਘੰਟੇ ਤੱਕ ਉਹ ਦੋਨੋਂ ਪਿਆਰ ਭਰੀਆਂ ਗੱਲਾਂ ਕਰਦੇ ਰਹੇ। ਮੈਂ ਉਹਨਾਂ ਦੋਹਾਂ ਦੀਆਂ ਇਹ ਗੱਲਾਂ ਤੇ ਕੋਈ ਧਿਆਨ ਨਹੀਂ ਦੇ ਰਹੀ ਸੀ ਤੇ ਚੋਰੀ ਛੁਪ ਕੇ ਅਲਮਾਰੀ ਦੇ ਪਿੱਛੇ ਖੜੀ ਹੋਈ ਸੀ। ਮੈਂ ਤਾਂ ਬਸ ਇਹੀ ਚਾਹੁੰਦੀ ਸੀ ਕਿ ਸਵਾਤੀ ਦੀ ਸੱਚਾਈ ਮੇਰੇ ਬੇਟੇ ਦੇ ਸਾਹਮਣੇ ਖੁੱਲ੍ਹ ਕੇ ਆ ਜਾਵੇ। ਰਾਤ ਨੂੰ 12:30 ਵੱਜ ਚੁੱਕੇ ਸੀ। ਮੇਰੇ ਬੇਟੇ ਨੇ ਬਹੂ ਨੂੰ ਕਿਹਾ ਕਿ ਹੁਣ ਉਸ ਦੇ ਆਉਣ ਦਾ ਟਾਈਮ ਹੋ ਗਿਆ, ਹੁਣ ਮੈਨੂੰ ਜਾਣਾ ਹੋਵੇਗਾ। ਮੇਰੇ ਬੇਟੇ ਨੇ ਆਪਣੀ ਪਤਨੀ ਨੂੰ ਗਲੇ ਨਾਲ ਲਗਾਇਆ ਤੇ ਉਸ ਦਾ ਮੱਥਾ ਚੁੰਮਦੇ ਹੋਏ ਕਹਿਣ ਲੱਗਿਆ ਕਿ ਮੈਂ ਜਾ ਰਿਹਾ, ਤੂੰ ਆਪਣਾ ਖਿਆਲ ਰੱਖੀਂ। ਉਹ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਤੇ ਉਸ ਦੇ ਬਾਹਰ ਨਿਕਲਦੇ ਹੀ ਮੇਰੀ ਬਹੂ ਨੇ ਕਿਸੇ ਨੂੰ ਕਾਲ ਲਗਾਈ। ਮੇਰਾ ਅੰਦਾਜ਼ਾ ਬਿਲਕੁਲ ਸਹੀ ਸੀ, ਮੇਰੀ ਬਹੂ ਕੁਝ ਤਾਂ ਗਲਤ ਕਰ ਰਹੀ ਸੀ ਜਿਸ ਵਿੱਚ ਮੈਂ ਅਣਜਾਣ ਸੀ ਅਤੇ ਸ਼ਾਇਦ ਮੇਰਾ ਬੇਟਾ ਵੀ। ਮੈਨੂੰ ਆਪਣਾ ਸ਼ੱਕ ਸਹੀ ਨਜ਼ਰ ਹੁੰਦਾ ਆ ਰਿਹਾ ਸੀ। ਮੇਰੀ ਬਹੂ ਉਸ ਆਦਮੀ ਦੇ ਨਾਲ ਮਿਲੀ ਹੋਈ ਸੀ, ਲੇਕਿਨ ਨਾ ਜਾਣੇ ਉਹ ਕੀ ਕਰਨਾ ਚਾਹ ਰਹੀ ਸੀ। ਉਹ ਬਹੁਤ ਦੇਰ ਤੱਕ ਫੋਨ ਤੇ ਗੱਲਾਂ ਕਰਦੀ ਰਹੀ, ਲੇਕਿਨ ਮੈਨੂੰ ਫੋਨ ਤੇ ਗੱਲਾਂ ਕਰਨ ਦੀ ਆਵਾਜ਼ ਠੀਕ ਤਰ੍ਹਾਂ ਸੁਣਾਈ ਨਹੀਂ ਦੇ ਰਹੀ ਸੀ।
ਕੁਝ ਦੇਰ ਬਾਅਦ ਹੀ ਘਰ ਦੇ ਅੰਦਰ ਜੋ ਦਰਵਾਜ਼ਾ ਸੀ ਉਹ ਦਰਵਾਜ਼ੇ ਤੇ ਦਸਤਕ ਹੋਈ ਤਾਂ ਮੈਂ ਘਬਰਾ ਗਈ, ਕਿਉਂਕਿ ਉਸ ਦਰਵਾਜ਼ੇ ਵਿੱਚ ਕੋਈ ਵੀ ਅੰਦਰ ਨਹੀਂ ਆਉਂਦਾ ਸੀ। ਤੇ ਮੇਰੀ ਬਹੂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਈ ਕਿ ਇਹ ਉਹੀ ਆਦਮੀ ਸੀ ਜਿਸ ਨੂੰ ਮੈਂ ਉਸ ਦੇ ਨਾਲ ਰਸਤੇ ਵਿੱਚ ਚੱਲਦੇ ਹੋਏ ਦੇਖਿਆ ਸੀ। ਮੈਨੂੰ ਆਪਣੀ ਬਹੂ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਰਾਤ ਦੇ ਟਾਈਮ ਬੰਦ ਕਮਰੇ ਵਿੱਚ ਉਸਨੇ ਕਿਸੇ ਗੈਰ ਮਰਦ ਨੂੰ ਬੁਲਾਇਆ ਸੀ, ਜੋ ਕਿ ਨਾ ਉਸਦਾ ਕੋਈ ਰਿਸ਼ਤੇਦਾਰ ਸੀ ਤੇ ਨਾ ਹੀ ਉਸਦਾ ਪਤੀ। ਤਾਂ ਫਿਰ ਉਹ ਵੀ ਇੱਥੇ ਇਕੱਲੀ ਕਮਰੇ ਵਿੱਚ ਇੱਕ ਖੂਬਸੂਰਤ ਘੱਟ ਉਮਰ ਦੀ ਔਰਤ ਦੇ ਨਾਲ ਕੀ ਕਰਨ ਆਇਆ ਸੀ। ਮੈਂ ਸੋਚ ਲਿਆ ਸੀ ਕਿ ਇਹ ਦੋਨੋਂ ਕੁਝ ਵੀ ਗਲਤ ਕਰਨਗੇ ਤਾਂ ਮੈਂ ਰੌਲਾ ਪਾ ਦੇਵਾਂਗੀ, ਆਪਣੇ ਪਤੀ ਅਤੇ ਬੇਟੇ ਨੂੰ ਕਮਰੇ ਦੇ ਅੰਦਰ ਬੁਲਾ ਲਵਾਂਗੀ ਤੇ ਰੰਗੇ ਹੱਥੀਂ ਆਪਣੀ ਬਹੂ ਅਤੇ ਇਸ ਆਦਮੀ ਨੂੰ ਫੜ ਲਵਾਂਗੀ। ਲੇਕਿਨ ਇਹ ਕੀ ਸੀ? ਥੋੜੀ ਦੇਰ ਦੇ ਬਾਅਦ ਅਨਿਕੇਤ ਵੀ ਕਮਰੇ ਵਿੱਚ ਆ ਗਿਆ ਤੇ ਆਪਣੇ ਬੇਟੇ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਇਹ ਕੀ ਚੱਲ ਰਿਹਾ? ਇਸ ਦਾ ਮਤਲਬ ਮੇਰੇ ਬੇਟੇ ਨੂੰ ਸਭ ਕੁਝ ਪਤਾ ਸੀ। ਕਮਰੇ ਵਿੱਚ ਕੌਣ ਆਉਂਦਾ ਹੈ ਕਿ ਮੇਰਾ ਬੇਟਾ ਇੰਨਾ ਬੇਗੈਰਤ ਹੋ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਸੇ ਦੂਜੇ ਆਦਮੀ ਦੇ ਨਾਲ ਦੇਖ ਕੇ ਉਸ ਨੂੰ ਕੁਝ ਮਹਿਸੂਸ ਨਹੀਂ ਹੁੰਦਾ, ਬਲਕਿ ਉਹ ਤਾਂ ਉਸ ਆਦਮੀ ਦੇ ਨਾਲ ਹੱਸ-ਹੱਸ ਗੱਲਾਂ ਕਰ ਰਿਹਾ ਸੀ ਤੇ ਉਸ ਦਾ ਹਾਲ ਚਾਲ ਪੁੱਛ ਰਿਹਾ ਸੀ। ਇਹ ਆਦਮੀ ਸੀ ਤਾਂ ਲਗਭਗ 40-45 ਸਾਲ ਦੀ ਉਮਰ ਦਾ, ਲੇਕਿਨ ਕੱਪੜਿਆਂ ਤੋਂ ਕਾਫੀ ਜ਼ਿਆਦਾ ਅਮੀਰ ਲੱਗ ਰਿਹਾ ਸੀ ਤੇ ਪੜ੍ਹਿਆ ਲਿਖਿਆ ਵੀ। ਮੈਨੂੰ ਇਹ ਦੇਖ ਕੇ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ ਕਿ ਮੇਰਾ ਬੇਟਾ ਇਹ ਕਰ ਕੀ ਰਿਹਾ। ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਮੈਂ ਉਹਨਾਂ ਲੋਕਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ। ਮੈਂ ਗੁੱਸੇ ਵਿੱਚ ਤੇਜ਼ ਆਵਾਜ਼ ਵਿੱਚ ਕਿਹਾ ਕਿ ਇਹ ਸਭ ਕੀ ਆ। ਮੈਨੂੰ ਦੇਖ ਕੇ ਉਹ ਤਿੰਨੋਂ ਹੈਰਾਨ ਰਹਿ ਗਏ। ਮੈਂ ਆਪਣੇ ਬੇਟੇ ਨੂੰ ਕਿਹਾ, ਅਨਿਕੇਤ, ਤੈਨੂੰ ਸ਼ਰਮ ਨਹੀਂ ਆਉਂਦੀ? ਤੇਰੀ ਪਤਨੀ ਦਾ ਇਸ ਆਦਮੀ ਦੇ ਨਾਲ ਅਫੇਅਰ ਚੱਲ ਰਿਹਾ ਤੇ ਤੂੰ ਆਪਣੀ ਪਤਨੀ ਦੇ ਖਿਲਾਫ ਜਾਣ ਦੀ ਬਜਾਏ ਉਸ ਦਾ ਸਾਥ ਦੇ ਰਿਹਾ। ਮੈਂ ਕਈ ਵਾਰ ਤੇਰੀ ਪਤਨੀ ਨੂੰ ਇਸ ਆਦਮੀ ਦੇ ਨਾਲ ਮਿਲਦੇ ਹੋਏ ਦੇਖਿਆ। ਤੂੰ ਆਪਣੀ ਪਤਨੀ ਨੂੰ ਸਮਝਾਉਣ ਦੀ ਬਜਾਏ ਇਸ ਆਦਮੀ ਨੂੰ ਆਪਣੇ ਘਰ ਵਿੱਚ ਇੱਜ਼ਤ ਦੇ ਰਿਹਾ। ਆਖਰ ਤੇਰੀ ਇੱਜ਼ਤ ਕਿੱਥੇ ਚਲੀ ਗਈ? ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਪਤਨੀ ਨੂੰ ਕਿਸੇ ਦੂਜੇ ਮਰਦ ਦੇ ਨਾਲ ਕਮਰੇ ਵਿੱਚ ਬੰਦ ਕਰਨ ਤੇ? ਕੀ ਤੂੰ ਆਪਣੀ ਪਤਨੀ ਦੀ ਮੁਹੱਬਤ ਵਿੱਚ ਇੰਨਾ ਅੰਨਾ ਹੋ ਗਿਆ ਕਿ ਤੈਨੂੰ ਕੁਝ ਚੰਗੇ ਬੁਰੇ ਦੀ ਸਮਝ ਹੀ ਨਹੀਂ ਆ ਰਹੀ? ਤੈਨੂੰ ਕੁਝ ਚੰਗਾ ਬੁਰਾ ਦਿਖਾਈ ਨਹੀਂ ਦਿੰਦਾ? ਮੇਰੇ ਬੇਟੇ ਨੇ ਮੇਰੇ ਸਾਹਮਣੇ ਹੱਥ ਜੋੜ ਲਏ ਤੇ ਕਹਿਣ ਲੱਗਾ, ਮਾਂ ਬਸ ਹੁਣ ਚੁੱਪ ਹੋ ਜਾਓ, ਮੈਂ ਤੁਹਾਡੀਆਂ ਇੰਨੀਆਂ ਗੱਲਾਂ ਨਹੀਂ ਸੁਣ ਸਕਦਾ। ਉਸ ਆਦਮੀ ਨੇ ਅਤੇ ਮੇਰੀ ਬਹੂ ਨੇ ਨਜ਼ਰਾਂ ਝੁਕਾ ਲਈਆਂ ਸੀ। ਤੁਹਾਨੂੰ ਨਹੀਂ ਪਤਾ ਸਵਾਤੀ ਕਿੰਨੀ ਬੜੀ ਪਰੇਸ਼ਾਨੀ ਵਿੱਚ ਉਲਝੀ ਹੋਈ ਆ ਅਤੇ ਨਾ ਹੀ ਤੁਸੀਂ ਉਸ ਦੀ ਪਰੇਸ਼ਾਨੀ ਸਮਝ ਸਕੋਗੇ, ਕਿਉਂਕਿ ਤੁਸੀਂ ਵੀ ਮੇਰੀ ਪਤਨੀ ਨਾਲ ਨਫ਼ਰਤ ਕਰਨ ਲੱਗੇ ਹੋ। ਅੱਜ ਜੋ ਸੱਚਾਈ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਸ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਬੜਾ ਧੱਕਾ ਲੱਗੇਗਾ। ਮੈਂ ਤੁਹਾਨੂੰ ਦੱਸਣਾ ਤਾਂ ਨਹੀਂ ਚਾਹੁੰਦਾ ਸੀ, ਲੇਕਿਨ ਜਦੋਂ ਮੇਰੀ ਪਤਨੀ ਦੀ ਇੱਜ਼ਤ ਤੇ ਗੱਲ ਆ ਗਈ ਤਾਂ ਮੈਨੂੰ ਮਜਬੂਰ ਨਾ ਕਰ ਤੁਹਾਨੂੰ ਸਭ ਕੁਝ ਦੱਸਣਾ ਪੈ ਰਿਹਾ। ਇੱਥੇ ਕੀ ਹੁੰਦਾ ਜਾਂ ਕੀ ਹੋਣ ਵਾਲਾ ਤੇ ਕੀ ਚੱਲ ਰਿਹਾ, ਅੱਜ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮੈਂ ਦੇ ਦੇਵਾਂਗਾ, ਕਿਉਂਕਿ ਮੈਂ ਵੀ ਤੁਹਾਡੇ ਤੋਂ ਇਸ ਗੱਲ ਨੂੰ ਲੁਕੋ ਕੇ ਤੰਗ ਆ ਗਿਆ ਸੀ। ਮੇਰੀ ਪਤਨੀ ਇਸ ਆਦਮੀ ਨਾਲ ਮਿਲਦੀ ਹੈ ਤੇ ਮੇਰੀ ਪਰਮਿਸ਼ਨ ਨਾਲ ਇਹ ਦੋਨੋਂ ਇਸ ਘਰ ਵਿੱਚ ਮਿਲਦੇ ਹਨ ਅਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਆਦਮੀ ਸਾਡੇ ਕਮਰੇ ਵਿੱਚ ਕਿਉਂ ਆਉਂਦਾ ਹੈ? ਕਿਉਂਕਿ ਇਹ ਇੱਕ ਸਾਈਕੈਟਰਿਸਟ ਹੈ। ਇਹ ਇਸ ਸ਼ਹਿਰ ਵਿੱਚ ਜਾਣੇ ਮਾਣੇ ਸਾਈਕੈਟਰਿਸਟ ਹਨ। ਸਵਾਤੀ ਵਿਆਹ ਤੋਂ ਪਹਿਲਾਂ ਹੀ ਇਹਨਾਂ ਦੀ ਪੇਸ਼ੈਂਟ ਹੈ ਤੇ ਇਹ ਮੇਰੀ ਪਤਨੀ ਦਾ ਇਲਾਜ ਕਰਨ ਦੇ ਲਈ ਇੱਥੇ ਆਉਂਦੇ ਹਨ। ਮੈਂ ਆਪਣੇ ਬੇਟੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਈ ਕਿ ਕਿਹੋ ਜਿਹਾ ਇਲਾਜ ਅਤੇ ਕੀ ਹੋਇਆ ਬਹੂ ਨੂੰ। ਅਨਿਕੇਤ ਨੇ ਦੱਸਿਆ ਕਿ ਸਵਾਤੀ ਇੱਕ ਦਿਮਾਗੀ ਪੇਸ਼ੈਂਟ ਹੈ। ਇਸ ਦੇ ਪਿਤਾ ਵਿਆਹ ਤੋਂ ਪਹਿਲਾਂ ਸਵਾਤੀ ਦਾ ਇਲਾਜ ਨਹੀਂ ਕਰਵਾ ਸਕਦੇ ਸੀ, ਕਿਉਂਕਿ ਉਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਸੀ ਉਹ ਵੱਡੇ ਡਾਕਟਰਾਂ ਨਾਲ ਤੋਂ ਸਵਾਤੀ ਦਾ ਇਲਾਜ ਕਰਵਾ ਸਕਣ। ਮੈਂ ਸਵਾਤੀ ਦੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਸਵਾਤੀ ਦਾ ਇਲਾਜ ਕਰਵਾਊਂਗਾ ਤੇ ਵਿਆਹ ਦੇ ਬਾਅਦ ਹੀ ਵੀ ਕਰਵਾਊਂਗਾ, ਕਿਉਂਕਿ ਸਵਾਤੀ ਦਾ ਇਲਾਜ 4 ਮਹੀਨੇ ਦਾ ਹੈ। ਸਵਾਤੀ ਦਿਮਾਗੀ ਮਰੀਜ਼ ਹੈ। ਪਹਿਲਾਂ ਬਹੁਤ ਜ਼ਿਆਦਾ ਸੀ, ਲੇਕਿਨ ਹੁਣ ਟ੍ਰੀਟਮੈਂਟ ਹੋਣ ਨਾਲ ਹੌਲੀ-ਹੌਲੀ ਠੀਕ ਹੋ ਗਈ। ਇਹ ਡਾਕਟਰ ਸਮਿਤ ਸ਼ਰਮਾ ਹੈ। ਇਹ ਸ਼ਹਿਰ ਦੇ ਬਹੁਤ ਵੱਡੇ ਸਾਈਕੈਟਰਿਸਟ ਹਨ। ਮੈਂ ਤੁਹਾਨੂੰ ਇਹ ਗੱਲ ਨਹੀਂ ਦੱਸਣਾ ਚਾਹੁੰਦਾ ਸੀ, ਕਿਉਂਕਿ ਜੇ ਮੈਂ ਤੁਹਾਨੂੰ ਇਹ ਦੱਸਦਾ ਕਿ ਮੇਰੀ ਪਤਨੀ ਦਿਮਾਗੀ ਮਰੀਜ਼ ਹੈ ਤਾਂ ਤੁਸੀਂ ਮੇਰਾ ਵਿਆਹ ਇਸ ਨਾਲ ਕਦੇ ਨਹੀਂ ਕਰਵਾਉਂਦੇ, ਕਿਉਂਕਿ ਤੁਹਾਨੂੰ ਵੀ ਲੱਗਦਾ ਸੀ ਕਿ ਸਵਾਤੀ ਪਾਗਲ ਹੈ, ਜਦ ਕਿ ਅਜਿਹਾ ਨਹੀਂ ਹੈ। ਉਹ ਪਾਗਲ ਨਹੀਂ, ਬਸ ਕਦੇ-ਕਦੇ ਉਸ ਨੂੰ ਦੌਰੇ ਪੈ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ। ਲੇਕਿਨ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਸਵਾਤੀ ਨੂੰ ਪਾਗਲ ਸਮਝੋ ਅਤੇ ਉਸ ਨਾਲ ਮੇਰਾ ਵਿਆਹ ਨਾ ਹੋਣ ਦੇਵੋ, ਇਸ ਲਈ ਮੈਂ ਤੁਹਾਡੇ ਤੋਂ ਇਹ ਗੱਲ ਲੁਕੋ ਕੇ ਰੱਖੀ। ਡਾਕਟਰ ਰਾਤ ਨੂੰ ਫ੍ਰੀ ਹੋਣ ਤੇ ਬਾਅਦ ਇੱਥੇ ਸਵਾਤੀ ਦਾ ਟ੍ਰੀਟਮੈਂਟ ਕਰਨ ਦੇ ਲਈ ਆਉਂਦੇ ਹਨ ਅਤੇ ਆਪਣੀਆਂ ਕੁਝ ਮਸ਼ੀਨਾਂ ਸਵਾਤੀ ਦੇ ਸਿਰ ਤੇ ਲਾਉਂਦੇ ਹਨ, ਜਿਸ ਨਾਲ ਉਸ ਨੂੰ ਤੇਜ਼ ਦਰਦ ਹੁੰਦਾ ਹੈ ਅਤੇ ਉਹ ਜ਼ੋਰ-ਜ਼ੋਰ ਨਾਲ ਚਲਾਉਂਦੀ ਹੈ।
ਉਸ ਨੂੰ ਇਸ ਤਰ੍ਹਾਂ ਮੈਂ ਤਕਲੀਫ ਵਿੱਚ ਦੇਖ ਕੇ ਨਹੀਂ ਦੇਖ ਸਕਦਾ। ਇਸ ਲਈ ਮੈਂ ਕਮਰੇ ਵਿੱਚ ਰੋਜ਼ ਬਾਹਰ ਨਿਕਲ ਕੇ ਤੁਹਾਡੇ ਕਮਰੇ ਵਿੱਚ ਸੌਣ ਦੇ ਲਈ ਚਲਾ ਜਾਂਦਾ। 1 ਘੰਟੇ ਦਾ ਟ੍ਰੀਟਮੈਂਟ ਕਰਨ ਦੇ ਬਾਅਦ ਡਾਕਟਰ ਇਸ ਦਰਵਾਜ਼ੇ ਤੋਂ ਆਪਣੇ ਘਰ ਨੂੰ ਵਾਪਸ ਲੌਟ ਜਾਂਦੇ ਹਨ ਅਤੇ ਮੈਂ ਰਾਤ ਨੂੰ 4-5 ਵਜੇ ਆਪਣੀ ਪਤਨੀ ਦੇ ਕੋਲ ਆ ਜਾਂਦਾ ਹਾਂ ਤਾਂ ਕਿ ਉਸ ਨੂੰ ਹੌਸਲਾ ਦੇ ਸਕਾਂ। ਇਹੀ ਵਜ੍ਹਾ ਸੀ ਕਿ ਜਿਸ ਦੀ ਵਜ੍ਹਾ ਨਾਲ ਮੈਂ ਕਮਰੇ ਤੋਂ ਬਾਹਰ ਚਲਾ ਜਾਂਦਾ ਸੀ ਤੇ ਸਵਾਤੀ ਰੌਲਾ ਪਾ ਕੇ ਰੋਂਦੀ ਰਹਿੰਦੀ ਸੀ। ਮੈਂ ਆਪਣੀ ਬੇਟੀ ਦੀ ਇਹ ਗੱਲ ਸੁਣ ਕੇ ਸ਼ਰਮਿੰਦਾ ਹੋ ਗਈ। ਮੇਰੀ ਬਹੂ ਬਿਮਾਰ ਹੈ ਅਤੇ ਮੈਂ ਇੰਨੇ ਅੱਗੇ ਚਲੀ ਗਈ ਕਿ ਉਸਦੇ ਕਰੈਕਟਰ ਤੇ ਸ਼ੱਕ ਕਰਨ ਲੱਗੀ। ਮੈਂ ਆਪਣੀ ਬਹੂ ਨੂੰ ਗਲ ਨਾਲ ਲਾ ਲਿਆ ਤੇ ਉਸ ਤੋਂ ਮਾਫੀ ਮੰਗਣ ਲੱਗੀ। ਲੇਕਿਨ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਤੈਨੂੰ ਆਪਣੀ ਮਾਂ ਤੇ ਭਰੋਸਾ ਨਹੀਂ। ਜੇ ਤੂੰ ਮੈਨੂੰ ਸਵਾਤੀ ਦੀ ਹਾਲਤ ਦੇ ਬਾਰੇ ਦੱਸਦਾ ਤਾਂ ਮੈਂ ਖੁਦ ਆਪਣੀ ਬਹੂ ਦਾ ਇਲਾਜ ਕਰਵਾਉਂਦੀ। ਮੈਂ ਹਮੇਸ਼ਾ ਤੇਰੀ ਖੁਸ਼ੀ ਦੇ ਅੱਗੇ ਹਾਰ ਮੰਨੀ ਹੈ। ਮੈਂ ਕਦੇ ਵੀ ਸਵਾਤੀ ਨੂੰ ਪਾਗਲ ਨਹੀਂ ਸਮਝਦੀ ਬੇਟਾ। ਮੈਂ ਡਾਕਟਰ ਤੋਂ ਮਾਫੀ ਮੰਗੀ ਅਤੇ ਕਹਿਣ ਲੱਗੀ, ਮੇਰੀ ਬਹੂ ਕਦੋਂ ਤੱਕ ਠੀਕ ਹੋ ਜਾਊਗੀ? ਡਾਕਟਰ ਨੇ ਦੱਸਿਆ ਕਿ ਤੁਹਾਡੀ ਬਹੂ ਕਾਫੀ ਹੱਦ ਤੱਕ ਬਿਹਤਰ ਹੋ ਚੁੱਕੀ ਹੈ। ਬਸ ਕੁਝ ਦਿਨਾਂ ਦਾ ਟ੍ਰੀਟਮੈਂਟ ਹੈ, ਬਿਲਕੁਲ ਠੀਕ ਹੋ ਜਾਏਗੀ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਹੁਣ ਮੈਂ ਖੁਦ ਆਪਣੀ ਬਹੂ ਦਾ ਇਲਾਜ ਕਰਵਾ ਰਹੀ ਹਾਂ ਅਤੇ ਜਦੋਂ ਰਾਤ ਨੂੰ ਡਾਕਟਰ ਸਾਹਿਬ ਉਸ ਦਾ ਟ੍ਰੀਟਮੈਂਟ ਕਰਨ ਲਈ ਆਉਂਦੇ ਆ ਤਾਂ ਮੈਂ ਆਪਣੀ ਬਹੂ ਦੇ ਨਾਲ ਬੈਠ ਕੇ ਉਸ ਦਾ ਹੌਸਲਾ ਵਧਾਉਂਦੀ ਹਾਂ। ਹੁਣ ਮੇਰੇ ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਕਿਉਂਕਿ ਹੁਣ ਮੇਰੇ ਸਾਹਮਣੇ ਆਪਣੀ ਬਹੂ ਬੇਟੇ ਦੀ ਹਕੀਕਤ ਖੁੱਲ੍ਹ ਕੇ ਆ ਗਈ। ਮੇਰੀ ਬਹੂ ਹੁਣ ਠੀਕ ਹੋ ਗਈ ਆ ਤੇ ਮੇਰੇ ਦੋਨੋਂ ਹੀ ਬੱਚੇ ਬਹੁਤ ਖੁਸ਼ ਹਨ। ਮੇਰੇ ਪਤੀ ਨੂੰ ਜਦੋਂ ਇਹ ਗੱਲ ਪਤਾ ਚੱਲੀ ਤਾਂ ਉਹਨਾਂ ਨੇ ਵੀ ਮੈਨੂੰ ਡਾਂਟ ਲਗਾਈ। ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਬੱਚਿਆਂ ਦੇ ਵਿੱਚ ਕੁਝ ਪਰਸਨਲ ਮੈਟਰ ਹੋਵੇਗਾ, ਲੇਕਿਨ ਤੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ। ਮੈਂ ਸੋਚਿਆ ਜੋ ਹੁੰਦਾ ਚੰਗੇ ਦੇ ਲਈ ਹੁੰਦਾ। ਹੁਣ ਸਾਡੀ ਫੈਮਿਲੀ ਹੱਸੀ ਖੁਸ਼ੀ ਘਰ ਵਿੱਚ ਰਹਿੰਦੀ ਆ ਤੇ ਮੇਰੀ ਬਹੂ ਹੁਣ ਪ੍ਰੈਗਨੈਂਟ ਵੀ ਆ। ਮੈਂ ਆਪਣੇ ਪਰਿਵਾਰ ਦੇ ਨਾਲ ਬਹੁਤ ਖੁਸ਼ ਹਾਂ। ਦੋਸਤੋ, ਕਈ ਵਾਰ ਹੁੰਦਾ ਕੁਝ ਹੋਰ ਆ ਤੇ ਆਪਾਂ ਆਪਣੇ ਦਿਮਾਗ ਵਿੱਚ ਕੁਝ ਹੋਰ ਹੀ ਸੋਚ ਲੈਂਦੇ ਆ। ਜੇ ਮੈਨੂੰ ਇਹ ਸਭ ਨਾ ਪਤਾ ਚੱਲਦਾ ਤਾਂ ਪਤਾ ਨਹੀਂ ਮੈਂ ਹਾਲੇ ਹੋਰ ਕੀ ਕਰਨਾ ਸੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਕਹਾਣੀ ਪਸੰਦ ਆਈ ਹੋਵੇਗੀ। ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।